वाहेगुरु जी का खालसा वाहेगुरु जी की फतेह। चवर छत्र तख्तां दे मालक गुरगद्दी ते सुभाएमान धन धन साहिब श्री गुरु ग्रंथ साहिब जियां दी पवित्र अते पावन अमृतमई गोद विच शाम दे दीवाना दियां हाजरियां भरदे होए समय नूं आप जी सफला बना रहे हो। चल रही सतगुरां दी पावन जीवन कथा दे विचों आप जी ने सरवण कीता सी गुरु नानक साहब सच्चे पातशाह जी योगी भरथरी दे सवालों दे जवाब बड़ी ही तीव्रता दे नाल बख्श रहे ने। पहला जवाब सी गुर का शब्द मनै मैं मुंदरा खिंथा खिमा हंडावो। मन किमें वस करना। दूजा सवाल सी प्याला सिद्ध पींदे आ पीना चाहिदा जां नहीं। गुरु नानक साहब महाराज ने सिद्धां नूं दस्सिया भी शराब किहड़ी पीनी चाहिदी है। गुड़ कर ज्ञान ध्यान कर धावै करनी की कस पाई। इन्हां अमृत बचनां द्वारा सतगुरां ने समझाया भाई ये अमृत दियां बूंदां ये अमृत दा रस जिसने भी चख लिया वो सहज अवस्था दे विच आन टिकिया। उहनूं जग दे झूठे नशियां दी लोड़ नहीं, उहनूं नाम दी लोड़ चढ़ जांदी है। गुरु नानक साहब जियां दे पावन वचनां नूं सुन के भरथरी जी बड़े प्रभावित होए। मुद्दतां तो जो मन दे विच सवाल चलदे सी जिन्हां दे जवाब अज तक कितों नहीं सी मिले गुरु पातशाह जी ने बख्शे। इन्हां सारे प्रकरणां नूं आप जी ने विस्तार सहित सरवण कीता है। आओ कुछ सਮਾं मन चित बिरतियां नूं एकाग्र चित बनाइए। पाओ प्रेम दी सांझ आसीस बख्शो। गज वज के आखो जी सतनाम श्री गुरु साहिब जी। सतनाम श्री गुरु साहिब जी। चौपाई श्री करतार सिफत में रंगे जपै नाम मन बासन भंगे। धन धन साहब श्री गुरु नानक देव जी महाराज योगी भरथरी नूं आखदे ने जदों तक मन का भांडा धोता ना जावे उदों तक रब करतार की सिफत नहीं हुंदी। जिन्हां दा हिरदे दा बर्तन रंगिया गया कच्चे तो पक्का हो गया। परमेश्वर वाहिगुरू की सिफत के नाल ये भांडा ऐसा पक्का होया हुण इस भांडे नूं कोई डुला नहीं सकता तोड़ नहीं सकता। पातशाह जी कहते वो सदा ही रंगे रहिंदे ने उन्हां दा रंग नहीं लथदा। दुनिया दे रंग लै सकदे आ दुनिया दे नशियां दा रंग भाव लथ जांदा है पर नाम अमृत दा रस हिरदे नूं चढ़िया रहिंदा है। श्री प्रभ चरण प्रेम मस्ताने इस विद सब जगत बंधन हाने। गुरु पातशाह जी कहते जिन्हां ने गुरु नानक साहब परमात्मा अकाल पुरख के चरणों नूं परसिया
ਕਹਿੰਦੇ ਜੱਗ ਦੇ ਬੰਧਨ ਉਹਨਾਂ ਦੇ ਕੱਟੇ ਜਾਂਦੇ ਨੇ ਜਿਹਨੇ ਪ੍ਰਭੂ ਦੇ ਚਰਨਾਂ ਦੀ ਓਟ ਤੱਕ ਲਈ, ਉਹਦੀ ਮਸਤਾਨਗੀ ਲੈ ਲਈ। ਦੁਨੀਆ ਦੀ ਮਸਤਾਨਗੀ ਦੀਵਾਨਗੀ ਮਾਇਆ ਕਰਕੇ ਆ, ਜਿਸ ਦਿਨ ਮਾਇਆ ਚਲੀ ਜਾਏ ਵੱਡੇ ਵੱਡੇ ਮਸਤਾਂ ਦੀ ਮਸਤੀ ਲੈ ਜਾਂਦੀ ਹੈ। ਪਰ ਰੱਬ ਦੇ ਨਾਮ ਦੀ ਮਸਤੀ ਜਿਨ੍ਹਾਂ ਨੂੰ ਚੜ੍ਹ ਗਈ, ਪ੍ਰਭੂ ਦੇ ਨਾਮ ਕਰਤਾਰ ਦੇ ਨਾਮ ਦਾ ਚਿੱਤ ਚੇਤਾ ਜਿਨ੍ਹਾਂ ਦਾ ਬਣ ਗਿਆ, ਸਤਿਗੁਰ ਕਹਿੰਦੇ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ, ਕਿਉਂਕਿ ਮੌਤ ਹੀ ਕੋਈ ਨਹੀਂ ਹੈ, ਡਰ ਹੀ ਕੋਈ ਨਹੀਂ ਹੈ, ਉਹ ਤੇ ਅੰਮ੍ਰਿਤ ਹੋ ਗਏ ਆ। ਮੌਤ ਦੇ ਡਰ ਭੈ ਤੋਂ ਦੂਰ ਹੋ ਗਏ, ਇਸ ਕਰਕੇ ਨਿਰਭਉ ਤੇ ਨਿਰਵੈਰ ਹਨ, ਸਦਾ ਹੀ ਰੱਬ ਵਰਗੇ ਹੁੰਦੇ ਨੇ। ਸੁਣ ਭਰਥਰ ਔਰ ਸੰਸੈ ਨਾਸਾ, ਮਹਿਮਾ ਭਗਤ ਲਖੀ ਸੁਖ ਰਾਸਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭਰਥਰੀ ਜੀ ਦੇ ਮਨ ਦੇ ਸਾਰੇ ਸ਼ੰਕੇ ਨਸ ਗਏ। ਬੜੇ ਖਿਆਲ ਸੀ ਮਨ ਵਿੱਚ, ਬੜੇ ਭਾਵ ਸਨ, ਪਰ ਮਨ ਇੰਨਾ ਨੀਵਾਂ ਹੋ ਗਿਆ ਨਿਮਰਤਾ ਦੇ ਵਿੱਚ ਜਾ ਕੇ ਕਹਿੰਦੇ ਪਾਤਸ਼ਾਹ ਮੈਨੂੰ ਅੱਜ ਮੇਰੇ ਆ ਸਵਾਲਾਂ ਦੇ ਜਵਾਬ ਮਿਲ ਗਏ, ਮੇਰੇ ਅੰਦਰ ਨੂੰ ਸਕੂਨ ਆ ਗਿਆ, ਮਨ ਨੂੰ ਸ਼ਾਂਤੀ ਆ ਗਈ ਹੈ। ਕਿਉਂਕਿ ਮਨ ਜਦੋਂ ਤੱਕ ਆਪਣੇ ਸਵਾਲ ਦੇ ਜਵਾਬ ਤੱਕ ਨਹੀਂ ਪਹੁੰਚਦਾ, ਇਹ ਕਦੇ ਵੀ ਟਿਕਦਾ ਨਹੀਂ। ਆਖਣ ਲੱਗਿਆ ਪ੍ਰਭੂ ਜੀ ਤੁਸੀਂ ਸੱਚਮੁੱਚ ਭਗਤਾਂ ਦੇ ਵਸ ਹੋ, ਜਿਨ੍ਹਾਂ ਭਗਤਾਂ ਨੇ ਤੇਰੀ ਭਗਤੀ ਕੀਤੀ ਤੁਸੀਂ ਉਹਨਾਂ ਭਗਤਾਂ ਦੀ ਸਦਾ ਲਾਜ ਰੱਖੀ ਹੈ, ਉਹਨਾਂ ਦਾ ਸੰਗ ਸਾਥ ਦਿੱਤਾ ਏ। ਹੱਥ ਜੋੜ ਕੇ ਆਖਣ ਲੱਗੇ ਮਹਾਰਾਜ ਤੁਹਾਡਾ ਮੈਂ ਕੀ ਸ਼ੁਕਰਾਨਾ ਕਰਦੇ ਹਾਂ, ਮੈਂ ਆਪਣੀ ਰਸਨਾ ਦੇ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣ ਗਾਵਾਂ। ਹਾਥ ਜੋਰ ਪੁਨ ਬੰਧਨ ਕੀਨੀ, ਭਾਉ ਕੀਨ ਪ੍ਰੇਮ ਹੈ ਮਤ ਪੀਨੀ। ਬਸ ਖੁਸ਼ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਡੰਡਾਉਤ ਬੰਦਨਾ ਕਰ ਦਿੱਤੀ। ਆਖਣ ਲੱਗਿਆ ਗਰੀਬ ਨਵਾਜ਼ ਇਹ ਤਨ ਵੀ ਤੁਹਾਡਾ ਹੈ, ਮਨ ਵੀ ਤੁਹਾਡਾ ਤੇ ਬਚਨ ਵੀ ਤੁਹਾਡੇ। ਆਪਾ ਸੌਂਪ ਦਿੱਤਾ ਭਰਥਰੀ ਜੀ ਨੇ, ਕਿਉਂਕਿ ਅੱਜ ਜਿਸ ਗਿਆਨ ਵਾਸਤੇ ਭਰਥਰੀ ਨੇ ਬੜੇ ਲੰਮੇ ਸਮੇਂ ਤੋਂ ਚੌਂਕੜਾ ਲਾਇਆ ਸੀ, ਅੱਜ ਵੈਰਾਗ ਗਿਆਨ ਅਤੇ ਧਿਆਨ ਚੌਥਾ ਸਹਿਜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚੋਂ ਹੀ ਮਿਲ ਗਿਆ। ਸਤਿਗੁਰਾਂ ਨੇ ਬੜਾ ਪ੍ਰੇਮ ਭਰਥਰੀ ਦੇ ਤਾਂ ਹੀ ਕੀਤਾ, ਬੜੇ ਪਿਆਰ ਦੇ ਬਚਨ ਸੁਣਾਏ, ਬੜੀਆਂ ਵਾਰਤਾਵਾਂ ਉਹਦੀਆਂ ਸੁਣੀਆਂ। ਕਹਿੰਦੇ ਅੱਜ ਦੀ ਰਾਤ ਇੱਥੇ ਬਤੀਤ ਕੀਤੀ ਹੈ। ਸ਼ਰਧਾ ਭਾਵਨਾ ਦੇ ਨਾਲ ਭਰਥਰੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਮੰਨ ਕੇ ਸੇਵਾ ਕੀਤੀ। ਚਾਹ ਨਹੀਂ ਚੱਕਿਆ ਜਾਂਦਾ, ਖੁਸ਼ੀ ਦੂਣ ਸਵਾਈ ਹੈ। ਅੰਤਾਂ ਦੇ ਪਿਆਰ ਵਿੱਚ ਭਿੱਜ ਕੇ ਬਾਰ-ਬਾਰ ਬੰਦਨਾ ਕਰਦੇ ਨੇ। ਪ੍ਰਸ਼ਨੋਤਰ ਕਰ ਉਚਰ ਪ੍ਰਕਾਰੀ, ਗਾਵਣੇ ਤੈਂ ਤੇ ਸ੍ਰੀ ਸੁਖਕਾਰੀ। ਰਾਤ ਭਰ ਇੱਥੇ ਚਰਚਾ ਹੁੰਦੀ ਰਹੀ ਰੱਬ ਦੇ ਨਾਮ ਦੀ। ਬੜੇ ਸਵਾਲ ਭਰਥਰੀ ਜੀ ਨੇ ਸਤਿਗੁਰਾਂ ਨੂੰ ਹੋਰ ਵੀ ਕੀਤੇ, ਤੇ ਗੁਰੂ ਬਾਬਾ ਜੀ ਨੇ ਵੀ ਕਈ ਸਵਾਲ ਕਰਕੇ ਉਹਦੇ ਅੰਦਰ ਦੀ ਮਨਸ਼ਾ ਨੂੰ ਟਟੋਲਿਆ। ਕਹਿੰਦੇ ਸੁੱਖਾਂ ਭਰੀ ਰਾਤ ਬਤੀਤ ਹੋਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਾਹਿਬ ਜੀ ਹੱਥ ਜੋੜ ਕੇ ਆਖਣ ਲੱਗੇ ਭਰਥਰੀ ਜੀ ਸਾਨੂੰ ਆਗਿਆ ਦਿਓ ਹੁਣ। ਹੱਥ ਜੋੜ ਕੇ ਕਹਿੰਦੇ ਭਰਥਰੀ ਮਹਾਰਾਜ ਫਿਰ ਕਦੋਂ ਮਿਲੋਗੇ? ਗੁਰੂ ਬਾਬਾ ਜੀ ਕਹਿੰਦੇ ਜੀ ਲਿਖਿਆ ਕਰਤਾਰ ਨੇ ਤੇ ਮਿਲਾਂਗੇ ਜ਼ਰੂਰ। ਆਪਣੇ ਨਾਮ ਦਾ ਸਹਾਰਾ ਦੇ ਕੇ ਭਰਥਰੀ ਦੀ ਸੁਰਤ ਵਿੱਚ ਆਪਣਾ ਵਾਸਾ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ। ਆਗਿਆ ਮੰਗੀ ਜਾਣ ਵਾਸਤੇ ਭਰਥਰੀ ਕਹਿੰਦੇ ਮਹਾਰਾਜ ਇੱਕ ਦੋ ਦਿਨਾਂ ਦੀ ਸੇਵਾ ਦੇ ਦਿਓ। ਕਹਿੰਦੇ ਥੋੜਾ ਜਿਹਾ ਸਮਾਂ ਭਰਥਰੀ ਜੀ ਦੇ ਪਾਸ ਬਤੀਤ ਕੀਤਾ ਹੈ। ਬਾਲਾ ਤੇ ਮਰਦਾਨਾ ਜੀ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ ਚਲੋ ਭਾਈ ਆਪਾਂ ਅੱਗੇ ਚੱਲੀਏ। ਪਰ ਸਤਿਗੁਰਾਂ ਤੋਂ ਕੁਰਬਾਨ ਹਨ ਭਰਥਰੀ, ਆਪਾਂ ਨਿਸ਼ਾਵਰ ਕਰਦੇ ਨੇ। ਕਹਿੰਦੇ ਬਿਲਕੁਲ ਨਿਰ ਉੱਤਰ ਹੋ ਗਏ, ਅੰਦਰ ਖਾਲੀ ਹੋ ਗਿਆ, ਕੋਈ ਸ਼ੰਕਾ ਨਹੀਂ, ਕੋਈ ਸਵਾਲ ਨਹੀਂ, ਕੋਈ ਹੁਣ ਭਰਮ ਨਹੀਂ। ਮੈਂ ਮਰਦਾਨਾ ਪਾਛੇ ਜਾਵਹਿ, ਹਾਸ ਬਿਲਾਸ ਕਰਤ ਮਨ ਭਾਵਹਿ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਰਥਰੀ ਜੀ ਤੋਂ ਆਗਿਆ ਲੈ ਕੇ ਬੜੇ ਅਦਬ ਦੇ ਨਾਲ ਉਹਦੇ ਇਸ ਕੁਟੀਆ ਚੋਂ ਨਿਕਲੇ, ਛੰਨ ਚੋਂ ਨਿਕਲੇ ਨੇ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅੱਗੇ, ਮੈਂ ਤੇ ਮਰਦਾਨਾ ਜੀ ਮਹਾਰਾਜ ਦੇ ਪਿੱਛੇ ਪਿੱਛੇ। ਪੈਦਲ ਸਫਰ ਚੱਲਦਾ ਹੈ। ਪਹਿਲੀ ਉਦਾਸੀ ਤੇ ਸੱਚੇ ਪਾਤਸ਼ਾਹ ਚੱਲ ਰਹੇ ਨੇ। ਆ ਭਰਥਰੀ ਜੀ ਨੂੰ ਜਿੱਥੇ ਮਹਾਰਾਜ ਮਿਲੇ ਨੇ ਇਹ ਮੱਧ ਪ੍ਰਦੇਸ਼ ਦਾ ਇਲਾਕਾ ਹੈ, MP ਦਾ ਇਲਾਕਾ। ਇਸ ਇਲਾਕੇ ਵਿੱਚ ਗੁਰੂ ਪਾਤਸ਼ਾਹ ਜੀ ਵਿਚਰ ਰਹੇ ਨੇ। ਪਹਿਲੀ ਉਦਾਸੀ ਦਾ ਜ਼ਿਕਰ ਹੈ ਇਹ।
ਚਲਦੇ ਚਲਦੇ ਕਹਿੰਦੇ ਬੜੀ ਦੂਰ ਚਲੇ ਗਏ, ਕਿਤੇ ਜੰਗਲ ਆ ਜਾਂਦੇ ਨੇ, ਕਿਤੇ ਸੰਘਣੀਆਂ ਥਾਵਾਂ, ਕਿਤੇ ਬਿਲਕੁਲ ਰੇਤਲੇ ਇਲਾਕੇ, ਤੇ ਕਈ ਥਾਂ ਤੇ ਇਹੋ ਜਿਹੀ ਥਾਂ ਹੁੰਦੀ ਹੈ ਜਿੱਥੇ ਕੋਈ ਰੁੱਖ ਵੀ ਨਹੀਂ ਦਿਸਦਾ, ਕਿਤੇ ਬੀਆਬਾਨ। ਪਰ ਹਰ ਤਰ੍ਹਾਂ ਦੀ ਘਾਟੀ ਦਾ ਸਫ਼ਰ ਤੈਅ ਕਰਦੇ ਹੋਏ ਸਤਿਗੁਰੂ ਜੀ ਬੜੇ ਪਿਆਰ ਵਿੱਚ ਬਚਨ ਵਿਲਾਸ, ਹਾਸ ਵਿਲਾਸ ਕਰਦੇ ਜਾਂਦੇ ਨੇ। ਪਰ ਭਾਈ ਮਰਦਾਨਾ ਜੀ ਨੂੰ ਕਿਤੇ ਨਾ ਕਿਤੇ ਭੁੱਖ ਸਤਾਉਂਦੀ ਆ, ਅੰਦਰੋਂ ਦੁਖੀ ਹੋ ਜਾਂਦੇ ਆ ਵੀ ਗੁਰੂ ਬਾਬਾ ਜੀ ਸਾਧੂਆਂ, ਸੇਵਕਾਂ, ਸਿੱਖਾਂ ਨੂੰ ਮਿਲਦੇ ਹੀ ਰਹਿੰਦੇ ਆ, ਛਕਣ ਛਕਾਉਣ ਦੀ ਗੱਲ ਹੀ ਨਹੀਂ ਕਰਦੇ। ਮਨ ਦਾ ਦੁੱਖ ਹੈ, ਮਨ ਵਿੱਚ ਹੀ ਰੱਖਦੇ ਨੇ। ਕਿਤਕ ਕੋਸ ਪਰ ਪਹੁੰਚੇ ਜਾਈ, ਬੈਸੀ ਤਹਿ ਸਤਿਗੁਰੂ ਸੁਖਦਾਈ। ਚਲਦੇ ਚਲਦੇ ਸਤਿਗੁਰੂ ਜੀ ਇੱਥੋਂ ਚੱਲੇ ਨੇ 11 ਕੋਹ ਦੀ ਦੂਰੀ ਤੇ, ਕੁਛ ਕੁ ਕਿਲੋਮੀਟਰ ਦਾ ਸਫ਼ਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੈਅ ਕੀਤਾ। ਪਰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਜ਼ਰੂਰ ਨੇ, ਪਰ ਨਾ ਖੁਸ਼ ਨੇ। ਹੁਣ ਪਹਿਲਾਂ ਵਰਗੀ ਹੱਲਾ ਸ਼ੇਰੀ, ਪਹਿਲਾਂ ਵਰਗਾ ਚਾਅ ਨਹੀਂ ਹੈ। ਉਦਾਸ ਨੇ, ਚੁੱਪ ਚੁੱਪ ਜੇ ਨੇ। ਜੀ ਕਰਦਾ ਜੇ ਮੇਰਾ ਵਸ ਚੱਲੇ ਮੈਂ ਛੱਡ ਕੇ ਭਾਜਾਂ, ਕਿਉਂਕਿ ਜਦੋਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਆ ਹਾਲਾਤ ਇਦਾਂ ਦੇ ਹੋ ਜਾਂਦੇ ਆ। ਪਰ ਜਿਸ ਵੇਲੇ ਉਹ ਤ੍ਰਿਪਤ ਹੁੰਦੇ ਨੇ, ਰੱਜੇ ਹੁੰਦੇ ਨੇ, ਸਾਰਾ ਕੁਝ ਹੀ ਚੰਗਾ ਲੱਗਦਾ, ਬਹੁਤ ਪਿਆਰਾ ਲੱਗਦਾ, ਬੜਾ ਹੱਸਦੇ ਖੇਡਦੇ ਆ। ਵੇਖ ਗੁਰੂ ਸਾਹਿਬ ਜੀ ਨੇ ਵੀ ਲਿਆ ਵੀ ਭਾਈ ਮਰਦਾਨਾ ਜੀ ਕੱਲ ਸ਼ਾਮ ਦੇ ਚੁੱਪ ਚੁੱਪ ਰਹਿੰਦੇ ਆ, ਬਹੁਤਾ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ। ਕਾਰਨ ਕਰਨ ਦੇ ਆਇਓ, ਮਰਦਾਨੇ ਕੋ ਮਨ ਭਰਮਾਇਓ। ਅੰਤਰਜਾਮੀ ਸਤਿਗੁਰਾਂ ਨੇ ਵੇਖਿਆ ਭਾਈ ਮਰਦਾਨਾ ਜੀ ਦਾ ਮੁਖੜਾ, ਕਹਿੰਦੇ ਕਮਲਾਇਆ ਹੋਇਆ ਪਰ ਚੁੱਪ ਹੈ, ਚੁੱਪ ਵੱਟੀ ਹੋਈ ਹੈ। ਨਾ ਆਪਣਾ ਦੁੱਖ ਦੱਸਿਆ, ਨਾ ਦਿਲ ਦੀ ਗੱਲ ਕੀਤੀ। ਮਰਦ ਨੇ ਨੇਤਰ ਭਰ ਕੇ ਵੇਖਿਆ, ਭਾਈ ਮਰਦਾਨਾ ਜੀ ਨੇ ਨੀਵੀਂ ਪਾ ਲਈ। ਦੂਜੀ ਵਾਰ ਸਤਿਗੁਰਾਂ ਨਜ਼ਰ ਭਰ ਕੇ ਤੱਕਿਆ, ਕਹਿੰਦੇ ਭਾਈ ਮਰਦਾਨਾ ਜੀ ਤੇ ਮਾਇਆ ਪਾਤੀ ਆਪਣੀ, ਖੇਡ ਵਰਤਾਈ ਗੁਰੂ ਸਾਹਿਬ ਜੀ। ਨਜ਼ਰ ਭਰ ਕੇ ਦੇਖਣ ਤੋਂ ਬਾਅਦ ਕਹਿੰਦੇ ਭਾਈ ਮਰਦਾਨਾ ਜੀ ਦਾ ਮਨ ਹੀ ਕਲਪ ਗਿਆ। ਕਲਪਾਇਆ ਗੁਰੂ ਸਾਹਿਬ ਨੇ, ਆਪ ਚੋਜ ਵਰਤਾ ਦਿੱਤਾ। ਕਹਿੰਦੇ ਇੱਕਦਮ ਅੰਤਾਂ ਦੀ ਭੁੱਖ ਲੱਗੀ ਜਦੋਂ ਸਤਿਗੁਰਾਂ ਨੇ ਵੇਖ ਲਿਆ। ਐਸੀ ਖੇਡ ਵਰਤਣ ਤੋਂ ਬਾਅਦ ਭਾਈ ਮਰਦਾਨਾ ਪਹਿਲਾਂ ਚੁੱਪ ਚੁੱਪ ਸਨ, ਹੁਣ ਬੇਚੈਨ ਨੇ। ਕਦੇ ਉੱਠ ਜਾਂਦੇ ਨੇ, ਕਦੇ ਬੈਠ ਜਾਂਦੇ ਨੇ। ਕਹਿਤ ਭਇਓ ਮੈਂ ਜਾਉ ਅਵਾਸੂ, ਬਿਦਾ ਦੇਹੋ ਮਨ ਮੋਰ ਉਦਾਸੂ। ਸਤਿਗੁਰਾਂ ਦੀ ਵਰਤਾਈ ਹੋਈ ਖੇਡ ਐਸੀ ਵਰਤੀ, ਭਾਈ ਮਰਦਾਨਾ ਉੱਠ ਕੇ ਗਲ ਪੱਲਾ ਪਾ ਕੇ ਕਹਿੰਦੇ ਬਾਬਾ ਜੀ। ਸਤਿਗੁਰ ਕਹਿੰਦੇ ਹਾਂ ਮਰਦਾਨਿਆ, ਕਹਿੰਦੇ ਮੈਨੂੰ ਦਿਓ ਆਗਿਆ, ਮੈਂ ਚੱਲਿਆ। ਗੁਰੂ ਪਾਤਸ਼ਾਹ ਬੜੇ ਹੈਰਾਨ ਹੋ ਕੇ ਪੁੱਛਦੇ, ਕਹਿੰਦੇ ਕਿੱਥੇ ਜਾਏਗਾ? ਕਹਿੰਦਾ ਜੀ ਆਪਣੇ ਘਰੇ ਜਾਊਂ, ਹੋਰ ਕਿੱਥੇ। ਦੇਖੋ ਉਹਨੇ ਇੱਕ ਵਾਰ ਨਹੀਂ ਕਿਹਾ ਮੈਨੂੰ ਭੁੱਖ ਲੱਗੀ ਹੈ, ਇਹ ਵੀ ਨਹੀਂ ਕਿਹਾ ਪਾਤਸ਼ਾਹ ਮੈਨੂੰ ਪਿਆਸ ਲੱਗੀ ਹੈ। ਮਾਇਆ ਮਰਜ਼ ਦੀ ਪਾਈ ਹੋਈ, ਉਸ ਮਾਇਆ ਨੇ ਇੰਨਾ ਭਰਮਾਇਆ, ਜੱਕ ਲੱਖ ਤੇ ਇੱਕੋ ਦਮ ਕਹਿਤਾ ਉੱਠ ਕੇ, ਮਹਾਰਾਜ ਮੈਨੂੰ ਆਗਿਆ ਦੇ ਦਿਓ, ਅਸਾਂ ਤੁਸਾਂ ਨਾਲ ਨਹੀਂ ਰਹਿਣਾ, ਮੈਂ ਤੁਹਾਡੇ ਨਾਲ ਰਹਿ ਨਹੀਂ ਸਕਦਾ, ਮੇਰਾ ਘਰ ਜਾਣ ਨੂੰ ਚਿੱਤ ਕਰਦਾ ਏ। ਸ਼੍ਰੀ ਪ੍ਰਭ ਮੈਂ ਨਾਹੀ ਜਾਉ ਅਗਾਰੀ, ਹਟ ਹੋਂ ਲੇਰ ਜਾਏ ਤੁਮਾਰੀ। ਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆ ਕੀ ਹੋਇਆ ਭਾਈ ਤੈਨੂੰ? ਰੱਬੀ ਰੂਪ ਸਤਿਗੁਰੂ ਆਪ ਖੇਡਾਂ ਵਰਤਾਉਂਦੇ ਨੇ, ਆਪੇ ਅਣਜਾਣ ਬਣ ਕੇ ਪੁੱਛਦੇ ਹੋਇਆ ਕੀ? ਕਹਿੰਦਾ ਮਰਦ ਮੈਂ ਤਾਂ ਨਹੀਂ ਤੁਹਾਡੇ ਨਾਲ ਅੱਗੇ ਜਾਣਾ, ਮੈਂ ਤੇ ਇੱਥੋਂ ਹੀ ਆਗਿਆ ਲੈ ਕੇ ਮੱਥਾ ਟੇਕ ਕੇ ਪਿਛਾਂ ਨੂੰ ਮੁੜ ਜਾਣਾ ਆਪਣੇ ਪਿੰਡ ਨੂੰ, ਕਿਉਂਕਿ ਤੁਹਾਡੇ ਨਾਲ ਰਹਿਣਾ ਨਾ ਮੈਨੂੰ ਬਹੁਤ ਔਖਾ ਲੱਗਦਾ। ਆਪਣੇ ਖਿਆਲ ਨਹੀਂ ਮਿਲਦੇ। ਕਿਉਂ ਨਹੀਂ ਮਿਲਦੇ ਖਿਆਲ? ਤੁਹਾਨੂੰ ਭੁੱਖ ਨਹੀਂ ਲੱਗਦੀ ਤੇ ਮੇਰੀ ਤੁਸੀਂ ਭੁੱਖ ਬੰਦ ਨਹੀਂ ਕੀਤੀ। ਮੈਨੂੰ ਪਿਆਸ ਲੱਗਦੀ ਹੈ, ਭੁੱਖ ਲੱਗਦੀ ਹੈ, ਤੁਹਾਨੂੰ ਭੁੱਖ ਲੱਗਦੀ ਕੋਈ ਨਹੀਂ। ਤੁਸੀਂ ਜਿੱਥੇ ਬੈਠੇ ਬੈਠੇ ਨਾ ਨੀਂਦ ਦੀ ਪਰਵਾਹ, ਨਾ ਦਿਨ ਦੀ ਪਰਵਾਹ, ਨਾ ਰਾਤ ਦੀ ਪਰਵਾਹ। ਹੁਣ ਬਹੁਤੇ ਸਵਾਲ ਨਾ ਉਹਨਾਂ ਨੇ ਕੀਤੇ, ਕਹਿੰਦੇ ਮਹਾਰਾਜ ਮੈਂ ਵਾਪਸ ਜਾਣਾ ਚਾਹੁੰਦਾ ਆਪਣੇ ਪਿੰਡ ਨੂੰ, ਆਪਣੇ ਘਰ ਰਾਏ ਭੋਈ ਦੀ ਤਲਵੰਡੀ। ਬਸ ਮੈਂ ਤੁਹਾਡੇ ਮੁਖ ਤੋਂ ਆਗਿਆ ਸੁਣਨੀ ਹੈ, ਮਤਲਬ ਕਰਨੀ ਤੇ ਮਰਜ਼ੀ ਹੈ, ਤੁਹਾਡੇ ਨਾਮ ਦੀ ਮੋਹਰ ਲਵਾਉਣੀ ਵੀ ਹਾਂ ਤੁਸੀਂ ਹਾਮੀ ਭਰਦੇ ਹੋ। ਸੁਭਾਵਿਕ ਹੁੰਦਾ ਹੈ। ਬੜੀ ਵਾਰ ਆਪਾਂ ਸੋਚਦੇ ਹਾਂ ਕੰਮ ਮੈਂ ਆਪਣੀ ਮਰਜ਼ੀ ਨਾਲ ਕਰਾਂ, ਲੋਕਾਂ ਦੀ ਮੋਹਰ ਛਾਪ ਲਵਾ ਲਈਏ, ਤਾਂ ਜੋ ਕੱਲ ਕੋਈ ਗੜਬੜ ਹੋ ਜੇ ਤੇ ਆਖੀਏ ਤੁਸੀਂ ਨਾਲ ਸੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਤੇ ਤਾਂ ਪੁੱਛਿਆ ਵੀ ਜੇ ਤੁਸੀਂ ਆਗਿਆ ਦੇ ਰਹੇ ਹੋ ਠੀਕ ਹੈ, ਨਹੀਂ ਆਪਾਂ ਚੱਲੇ, ਜਾਣਾ ਪੱਕਾ ਹੈ।
ਫਿਰ ਫਾਇਦਾ ਕੀ ਆ ਪੁੱਛਣ ਦਾ। ਸਿਰਫ ਇਸ ਲਈ ਜੇ ਕੋਈ ਮੁਸੀਬਤ ਬਣ ਆਵੇ ਚੇਤੇ ਕਰਨ ਜੋਗੇ ਤੇ ਰਹਿ ਜਾਾਂਗੇ ਵੀ ਤੁਸੀਂ ਵੀ ਨਾਲ ਹੀ ਸੀ। ਮਹਾਰਾਜ ਨੇ ਐਸੀ ਖੇਡ ਵਰਤਾਈ, ਹੈਰਾਨ ਜੇ ਹੋ ਕੇ ਪੁੱਛਦੇ, ਕਹਿੰਦੇ ਮਰਦਾਨਿਆ ਭੁੱਖ ਲੱਗੀ ਹੈ? ਕਹਿੰਦੇ ਬਾਬਾ ਇੱਕ ਵਾਰ। ਕਿੰਨੇ ਦਿਨ ਹੋ ਗਏ ਰੋਟੀ ਖਾਧਿਆਂ, ਕਿੰਨੇ ਦਿਨ ਹੋ ਗਏ ਪਾਣੀ ਪੀਤਿਆਂ, ਭਰਤਰੀ ਕੋਲ ਬੈਠੇ ਉੱਥੇ ਗੱਲਾਂ ਨਾਲ ਸਾਰਤਾ। ਉਹ ਗੱਲਾਂ ਹੀ ਦੱਸਦੇ ਆ ਕਿਉਂਕਿ ਗੁੱਸਾ ਚੜਿਆ ਹੋਇਆ ਹੈ ਵੀ ਤੁਸੀਂ ਤੇ ਬਚਨਾਂ ਦੀ ਨਾਮ ਦੀ ਖੁਰਾਕ ਲੈ ਲੈਂਦੇ ਹੋ, ਮੇਰਾ ਵਿਚਾਰੇ ਦਾ ਕੀ ਹਾਲ ਹੈ, ਜਿਹਦਾ ਰੋਟੀ ਵੇਖਿਆ ਵੀ ਕਈ ਦਿਨਾਂ ਦਾ ਹਾਲ ਹੋ ਗਿਆ, ਖਿਆਲਾਤ ਅੰਦਰ ਦੇ ਕਲਪੇ ਪਏ ਆ। ਕਹਿੰਦੇ ਬਾਬਾ ਜੀ ਇੱਕ ਵਾਰ ਬਸ ਮੈਨੂੰ ਆਗਿਆ ਦੇ ਦਿਓ, ਅਸਾਂ ਨਹੀਂ ਤੁਹਾਡੇ ਕੋਲ ਰਹਿਣਾ। ਮਰਜ ਹੱਸ ਪਏ, ਕਹਿੰਦੇ ਮਰਦਾਨਿਆ ਚੱਲ ਤੈਨੂੰ ਰੋਟੀ ਖਵਾ ਦਿੰਦੇ ਆ, ਅੱਗੇ ਜੋ ਕਹੇਗਾ ਛਕਾਵਾਂਗੇ। ਕਹਿੰਦਾ ਨਹੀਂ ਬਾਬਾ ਜੀ, ਮੰਗ ਕੇ ਖਾਧਾ ਕੀ ਖਾਧਾ, ਕਲਪ ਕਲਪ ਕੇ ਤੜਫ ਤੜਫ ਕੇ ਦੋ ਫੁਲਕੇ ਮਿਲੇ ਤਾਂ ਕੀ ਮਿਲੇ। ਦੋਹਰਾ ਸ੍ਰੀ ਗੁਰ ਕਹੈ ਨ ਜਾਹੋ ਅਬ, ਗੈਲ ਵਿਖੇ ਜਿਬ ਲਾਈ। ਸਤਿਗੁਰ ਬੜੇ ਪਿਆਰ ਚ ਬਾਹ ਫੜ ਕੇ ਕਹਿੰਦੇ ਮਰਦਾਨਿਆ ਨਾ ਜਾ, ਹੁਣ ਰਸਤੇ 'ਚ ਕੋਈ ਇੱਲ ਵਲਾ ਫੜ ਲੂ ਤੈਨੂੰ। ਉਹਨੂੰ ਹੋਰ ਗੁੱਸਾ ਚੜ ਗਿਆ ਵੀ ਇੱਕ ਤੇ ਭੁੱਖਾ ਮਾਰਦੇ ਆ, ਜਾਂਦੇ ਨੂੰ ਡਰਾਬੇ ਦਿੰਦੇ ਆ ਵੀ ਤੈਨੂੰ ਰਾਹ 'ਚ ਫੜ ਲੂ। ਕਹਿੰਦਾ ਮਰਦ ਮੈਂ ਕੋਈ ਨਹੀਂ ਆਣਾ ਵੀ ਜਿਹੜੀ ਇੱਲ ਵਲਾ ਮੈਨੂੰ ਫੜ ਲੂ। ਕਿੰਨਾ ਵੱਡਾ ਇਨਸਾਨ ਆ, ਕਿੱਥੋਂ ਤੱਕ ਘੁੰਮ ਕੇ ਤੁਹਾਡੇ ਨਾਲ ਆਇਆ, ਮੈਨੂੰ ਕਿਹੜਾ ਦੁਨੀਆ ਦਾ ਨਹੀਂ ਪਤਾ। ਮਰਦ ਕਹਿੰਦੇ ਰਹਿਣ ਦੇ ਮਰਦਾਨਿਆ, ਨਾ ਜਾ, ਤੇਰਾ ਕੋਈ ਨੁਕਸਾਨ ਹੋ ਜਾਊਗਾ, ਐਵੇਂ ਸਾਨੂੰ ਫਿਰ ਭੱਜਣਾ ਪੈਣਾ। ਤੇਰੇ ਤੇ ਆਇਆ ਦੁੱਖ, ਸਾਡੇ ਤੇ ਆਇਆ ਦੁੱਖ, ਗੱਲ ਤੇ ਇੱਕੋ ਹੀ ਹੈ ਨਾ, ਸਾਨੂੰ ਤੇਰਾ ਫਿਕਰ ਬੜਾ ਹੈ। ਕਹਿੰਦਾ ਆਹੋ ਮੈਂ ਜਾਣਦਾ ਕਿੰਨਾ ਕੁ ਤੁਹਾਨੂੰ ਫਿਕਰ ਆ ਮੇਰਾ, ਡਰਾਉਂਦੇ ਹੋ ਤੁਸੀਂ, ਮੈਂ ਛੱਡ ਕੇ ਜਾਵਾਂ ਨਾ। ਕੋ ਪਛਨ ਤੁਝ ਕੋ ਕਰੈ, ਰਹੋ ਸੰਗ ਸੁਖ ਪਾਈ। ਮਰਦ ਕਹਿੰਦੇ ਮਰਦਾਨੇ ਐਵੇਂ ਤੈਨੂੰ ਕਿਸੇ ਬਲਾ ਨੇ ਖਾ ਖੂ ਲਿਆ ਨਾ ਤੇ ਸਾਥੋਂ ਜਵਾਬ ਨਹੀਂ ਤੇਰੇ ਪਰਿਵਾਰ ਨੂੰ ਦੇ ਹੋਣਾ। ਤੂੰ ਸਾਡੀ ਜ਼ਿੰਮੇਵਾਰੀ ਤੇ ਸਾਡੇ ਨਾਲ ਆਇਆ ਤੇ ਸਾਡੇ ਨਾਲ ਹੀ ਜਾਏਗਾ, ਰਹਿਣ ਦੇ ਨਾ ਜਾ ਕਿਤੇ। ਕਹਿੰਦਾ ਨਹੀਂ ਬਾਬਾ, ਹੁਣ ਤੁਸੀਂ ਜੋ ਮਰਜ਼ੀ ਕਹਿ ਲਓ, ਆਪਾਂ ਨਹੀਂ ਪਿੱਛੇ ਮੁੜਦੇ। ਕਹਿਤਾ ਸੋ ਕਹਿਤਾ, ਜਾਣਾ ਏ ਤੇ ਜਾਣਾ। ਜਦੋਂ ਇੰਨੇ ਵਜਨ ਭਾਈ ਮਰਦਾਨਾ ਜੀ ਨੇ ਮਰਦ ਨੂੰ ਆਖੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਜ਼ਰਾਂ ਭਰ ਕੇ ਫੇਰ ਵੇਖ ਲਿਆ, ਹੋਰ ਮਾਇਆ ਪਾਤੀ ਪਰਿਵਾਰ ਦੀ। ਹੁਣ ਭਾਈ ਮਰਦਾਨੇ ਨੂੰ ਘਰ ਵਾਲੀ ਦੀ ਯਾਦ ਆਵੇ, ਬੱਚਿਆਂ ਦੀ ਯਾਦ ਆਵੇ, ਮਾਂ ਦਾ ਖਿਆਲ ਆਈ ਜਾਏ, ਬਾਪੂ ਦਾ ਚੇਤਾ ਆਈ ਜਾਵੇ, ਘਰ ਯਾਦ ਆਵੇ, ਬੋਹ ਪੈ ਗਿਆ ਹੋਰ। ਕਿਉਂਕਿ ਸਤਿਗੁਰਾਂ ਨਾਲ ਦੀ ਨਾਲ ਖੇਡ ਵਰਤਾਤੀ। ਮਰਦਾਨਿਆ ਰਸਤੇ ਵਿੱਚ ਤੇਰਾ ਨੁਕਸਾਨ ਹੋ ਜੂ, ਕੋਈ ਐਵੇਂ ਜੰਗਲੀ ਜਾਨਵਰ ਤੈਨੂੰ ਫੜ ਕੇ ਖਾ ਗਿਆ, ਬੋਟੀ ਬੋਟੀ ਕਰ ਦਿੱਤਾ ਤੇਰੀ, ਕਿੱਥੇ ਤੈਨੂੰ ਲੱਭਦੇ ਫਿਰਾਂਗੇ। ਚੋਪਈ ਕਿਉਂ ਆਦਾਸ ਆਪਣੋ ਮਨ ਕੀਨਾ, ਕੋ ਦੁਖ ਸੰਗ ਰਹਿਣ ਕੋ ਚੀਨਾ। ਗੁਰੂ ਬਾਬਾ ਜੀ ਬੜੇ ਪਿਆਰ ਚ ਪੁੱਛਦੇ, ਕਹਿੰਦੇ ਸੱਜਣਾ ਤੂੰ ਉਦਾਸ ਕਿਉਂ ਐ, ਕਿਉਂ ਘਬਰਾਇਆ ਹੋਇਆ, ਕੋਈ ਤੇਰੇ ਦਿਲ ਵਿੱਚ ਦੁੱਖ ਆ ਤੇ ਸਾਨੂੰ ਦੱਸ, ਸਾਡੇ ਨਾਲ ਰਹਿ ਕੇ ਤੈਨੂੰ ਦੁੱਖ ਕਿਹੜਾ, ਤੈਨੂੰ ਖੁਸ਼ ਰੱਖਦੇ ਆ, ਹਰ ਸਹੂਲਤ ਤੇਰੀ ਪੂਰੀ ਕਰਦੇ ਆ, ਦੁੱਖ ਕਿਹੜਾ। ਅੱਜ ਆਪਾਂ ਕਿਤੇ ਆ, ਕੱਲ੍ਹ ਆਪਾਂ ਕਿਤੇ ਆ, ਦੇਸ਼ ਵਿਦੇਸ਼ ਦੁਨੀਆ ਭਾਂਤ ਭਾਂਤ ਦੀ ਵੇਖਦੇ ਫਿਰਦੇ ਆ, ਤੇਰੀ ਤੇ ਇੱਛਾ ਸੀ ਉਦਾਸ ਨਾ ਹੋ, ਛੇਤੀ ਆਪਾਂ ਘਰ ਜਾਵਾਂਗੇ, ਅਜੇ ਥੋੜਾ ਜਿਹਾ ਸਫ਼ਰ ਬਾਕੀ ਹੈ, ਘੁੰਮਾਂਗੇ ਫਿਰਾਂਗੇ, ਵਿਚਰਾਂਗੇ, ਹੱਸਾਂਗੇ, ਖੇਡਾਂਗੇ। ਪਰ ਜਦੋਂ ਜੀ ਮੋਹ ਸਤਾਵੇ ਨਾ, ਫਿਰ ਇਹ ਸਾਰੀਆਂ ਚੀਜ਼ਾਂ ਜ਼ੀਰੋ ਹੁੰਦੀਆਂ ਨੇ। ਵੱਡੇ ਵੱਡੇ ਲੋਕ ਸਫ਼ਰਾਂ ਤੋਂ ਭੱਜ ਕੇ ਆ ਜਾਂਦੇ ਆ, ਵਿਦੇਸ਼ਾਂ ਤੋਂ ਦੌੜ ਆਉਂਦੇ ਜਦੋਂ ਧੀਆਂ ਪੁੱਤਾਂ ਦਾ ਮੋਹ ਸਤਾਉਂਦਾ ਹੈ। ਸਭ ਕੁਝ ਮਿੱਟੀ ਕਰ ਆਉਂਦੇ ਆ, ਉੱਥੇ ਕੁਛ ਵੀ ਉਹਦੇ ਕੋਲ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਾਡੇ ਨਾਲ ਰਹਿ ਕੇ ਤੈਨੂੰ ਦੁੱਖ ਕਿਹੜਾ ਹੈ, ਕਾਹਦੀ ਕਮੀ ਆ ਮਰਦਾਨਿਆਂ ਤੈਨੂੰ। ਕਦੇ ਅਸੀਂ ਤੈਨੂੰ ਤਕਲੀਫ ਨਹੀਂ ਆਉਣ ਦਿੱਤੀ, ਕਦੇ ਤੈਨੂੰ ਤੁਰਨ ਨਹੀਂ ਦਿੱਤਾ, ਕਦੇ ਤੈਨੂੰ ਕਿਸੇ ਤਾਈਂ ਮਾਰ ਨਹੀਂ ਪੈਣ ਦਿੱਤੀ, ਝਿੜਕਣ ਨਹੀਂ ਦਿੱਤਾ, ਤੂੰ ਦੁਖੀ ਕਿਉਂ ਹੋ ਗਿਆ। ਅਸੀਂ ਤੈਨੂੰ ਮਾੜਾ ਨਹੀਂ ਬੋਲਿਆ, ਨਾ ਕਦੇ ਭਾਈ ਵਾਲੇ ਨੇ ਬੋਲਿਆ। ਉਹ ਕਹਿੰਦਾ ਬਾਬਾ ਜੀ ਇੰਨਾ ਸਮਾਂ ਨਹੀਂ ਮੇਰੇ ਕੋਲ ਹੈ, ਬਸ ਮੈਨੂੰ ਇੱਥੋਂ ਹੀ ਆਗਿਆ ਦੇ ਦਿਓ, ਮੈਂ ਪਿੰਡ ਨੂੰ ਵਾਪਸ ਹੋ ਜਾ। ਧਰ ਸਕਲ ਕੋ ਸੈਲ ਕਰੀਜੈ, ਹਰਖ ਸਹਿਤ ਮਮ ਸਾਥ ਰਹੀਜੈ। 2 ਵਾਰ ਸਤਿਗੁਰਾਂ ਨੇ ਰੋਕਿਆ, ਪਰ ਭਾਈ ਮਰਦਾਨਾ ਜੀ ਮੰਨਣ ਵਾਸਤੇ ਤਿਆਰ ਨਹੀਂ। ਗੁਰੂ ਬਾਬਾ ਜੀ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਆਪਾਂ ਸੈਰ ਕਰਦੇ ਫਿਰਦੇ ਹਾਂ, ਧਰਤੀ ਦਾ ਭ੍ਰਮਣ ਕਰਦੇ ਹਾਂ, ਅੱਜ ਕਿਤੇ ਕੱਲ੍ਹ ਕਿਤੇ ਹੋਵਾਂਗੇ, ਕਦੇ ਜੰਗਲਾਂ ਵਿੱਚ, ਕਦੇ ਪਹਾੜਾਂ ਵਿੱਚ,
ਕਦੇ ਨਦੀਆਂ ਦਰਿਆਵਾਂ, ਕਦੇ ਸਮੁੰਦਰਾਂ ਤੇ। ਮਰਦਾਨੇ ਇਹੋ ਜਿਹਾ ਮੌਕਾ ਕਿੱਥੇ ਮਿਲਦਾ ਘੁੰਮਣ ਫਿਰਨ ਦਾ, ਘਰੇ ਤੇ ਰੋਜ਼ ਹੀ ਰਹਿਣਾ ਹੈ। ਜਿਉਂ-ਜਿਉਂ ਸਤਿਗੁਰੇ ਬਚਨ ਆਖਣ, ਕਹਿੰਦੇ ਤਿਉਂ-ਤਿਉਂ ਭਾਈ ਮਰਦਾਨਾ ਅੰਦਰੋਂ ਪਰੇਸ਼ਾਨ ਹੋ ਰਿਹਾ ਹੈ। ਬਾਬਾ ਜੀ ਡੋਰ ਖਿੱਚਦੇ ਆ, ਮੋਹ ਪਾ ਕੇ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇੰਨਾ ਕੁ ਖਿੱਚਤਾ ਵੀ ਭਾਈ ਮਰਦਾਨੇ ਦੇ ਧਰਤੀ ਤੇ ਪੈਰ ਨਹੀਂ ਲੱਗਦੇ, ਪੈਰਾਂ 'ਚੋਂ ਸੇਕ ਨਿਕਲਦਾ ਵੀ ਮੈਂ ਛੇਤੀ ਜਾਵਾਂ। ਕਈ ਵਾਰ ਮਨੁੱਖ ਕਿਸੇ ਕੰਮ ਲਈ ਬੜੀ ਕਾਹਲੀ ਕਰ ਦਿੰਦਾ, ਬਹੁਤ ਜ਼ਿਆਦਾ ਕਾਹਲੀ, ਸੁਣਦਾ ਮੰਨਦਾ ਨਹੀਂ ਕਿਸੇ ਦੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੂਜੀ ਤੀਜੀ ਵਾਰ ਫਿਰ ਬਚਨ ਆਖਿਆ, ਕਹਿੰਦੇ ਮਰਦਾਨਿਆ ਸਾਡਾ ਤੇਰੇ ਬਿਨਾਂ ਜੀ ਨਹੀਂ ਲੱਗਣਾ, ਤੂੰ ਛੱਡ ਕੇ ਚਲਾ ਜਾਏਂਗਾ, ਅਸੀਂ ਦੋਨੋਂ ਕਿੱਥੇ ਜਾਵਾਂਗੇ, ਤੇਰੇ ਸਹਾਰੇ ਤੁਰੇ ਫਿਰਦੇ ਆ। ਧੀਰਜ ਦੇਨੇ ਹਿਤ ਬੋ ਭਾਂਤਾ, ਸਮਝਾਓ ਨਹਿ ਮਾਨੈ ਮਤ। ਭਾਈ ਬਾਲਾ ਜੀ ਕਹਿੰਦੇ ਬੜੀ ਵਾਰ ਸਤਿਗੁਰਾਂ ਨੇ ਹੌਸਲਾ ਦਿੱਤਾ, ਬੜਾ ਧੀਰਜ ਭਾਈ ਮਰਦਾਨੇ ਨੂੰ ਦਿੱਤਾ ਵੀ ਡੋਲੇ ਨਾ, ਡੁਲਾਇਆ ਵੀ ਆਪ ਹੀ ਹੈ। ਪਰ ਭਾਈ ਮਰਦਾਨਾ ਜੀ ਸਤਿਗੁਰਾਂ ਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ। ਇਹਨੂੰ ਕਹਿੰਦੇ ਭੂਤ ਸਵਾਰ ਹੋਣਾ। ਕਈ ਵਾਰ ਨਾ ਪਰਿਵਾਰ ਸਮਝਾਉਂਦਾ, ਪੁੱਤ ਇੱਥੇ ਨਹੀਂ ਜਾਣਾ, ਕਹਿੰਦਾ ਰੋਕ ਕੇ ਵਿਖਾਓ, ਚੱਲਿਆ ਫਿਰ ਮੈਂ। ਹੁੰਦਾ ਹੈ ਪੁੱਠਾ ਚੱਲਣਾ ਹੁੰਦਾ ਹੈ ਵੀ ਜਿਵੇਂ ਕਿਸੇ ਨੇ ਰੋਕਣਾ ਉਹ ਕੰਮ ਜ਼ਿਆਦਾ ਕਰਨਾ ਹੈ। ਸੱਚੇ ਪਾਤਸ਼ਾਹ ਨੇ ਸਿਆਣੀਆਂ ਗੱਲਾਂ ਬੜੀਆਂ ਕੀਤੀਆਂ, ਪਿਆਰ ਦੇ ਦਿਲਾਸੇ ਦਿੱਤੇ, ਸਮਝਾਇਆ ਵੀ ਬੜਾ। ਵੇਖ ਮਰਦਾਨਿਆ ਇਕੱਲਾ ਜਾਏਗਾ, ਨਾਲ ਤੇਰੇ ਕੋਈ ਨਹੀਂ, ਹਥਿਆਰ ਤੈਨੂੰ ਚਲਾਉਣਾ ਨਹੀਂ ਆਉਂਦਾ, ਜੰਗਲਾਂ ਦੇ ਰਾਹ ਨੇ, ਲੁਟੇਰੇ ਫਿਰਦੇ ਨੇ, ਭੂਤ ਪ੍ਰੇਤ ਹੋਣਗੇ, ਰਾਹ ਵਿੱਚ ਸ਼ੇਰ ਚੀਤੇ ਮਿਲ ਜਾਣਗੇ, ਤੈਨੂੰ ਜੰਗਲੀ ਜਾਨਵਰ, ਬਚ ਕੇ ਰਹਿ। ਕਹਿੰਦਾ ਬਾਬਾ ਮੈਂ ਨਹੀਂ ਡਰਦਾ ਕਿਸੇ ਤੋਂ। ਹੌਸਲਾ ਨਾ ਹੁਣ, ਮਨ ਕਹਿੰਦਾ ਵੀ ਇੱਥੇ ਰਹਿਣਾ ਹੀ ਨਹੀਂ ਆਪਾਂ ਨੇ। ਮਨ ਦੀ ਤੇ ਗੱਲ ਹੈ, ਜੇ ਮਨ ਮੰਨ ਜਾਏ। ਬੜੇ ਲੋਕ ਨੇ ਜੇਲ੍ਹਾਂ ਵਿੱਚ ਰਹਿ ਕੇ ਵੀ ਸੁਖੀ ਨੇ, ਤੇ ਬੜੇ ਲੋਕ ਉਹ ਨੇ ਜਿਹੜੇ ਬਾਹਰ ਆਜ਼ਾਦ ਤੁਰੇ ਫਿਰਦੇ, ਕਹਿੰਦੇ ਜੀ ਕੋਈ ਜ਼ਿੰਦਗੀ ਨਹੀਂ, ਬਸ ਮੇਰਾ ਜੀ ਕਰਦਾ ਮੈਂ ਮਰ ਜਾ। ਮਨ ਦੁਖੀ ਹੈ, ਮਨ ਦਾ ਰੌਲਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਈ ਜਾਣ, ਕਹਿੰਦੇ ਮਰਦਾਨਿਆ ਤੂੰ ਛੱਡ ਕੇ ਤੁਰ ਜਾਏਗਾ, ਕਾਹਦੀ ਯਾਰੀ ਤੇਰੀ, ਅੱਧ ਵਿਚਕਾਰ ਛੱਡ ਕੇ ਚੱਲੇ ਆ, ਤੇਰੇ ਤੋਂ ਉਮੀਦਾਂ ਰੱਖੀਆਂ ਨਹੀਂ ਸੀ। ਨਿਜ ਕੁਟੰਬ ਕੇ ਮਿਲਨੇ ਹਿਤ, ਹਟ ਕਰ ਪਹੁੰਚਿਓ ਚਹਿਤ ਨ ਕੀਤਾ। ਗੁਰੂ ਪਾਤਸ਼ਾਹ ਫਿਰ ਸਵਾਲ ਕਰਦੇ ਆ ਤੀਜੀ ਵਾਰੀ, ਕਹਿੰਦੇ ਜਾਣਾ ਕਿਉਂ ਹੈ ਪਿੰਡ, ਉੱਥੇ ਕੀ ਹੈ? ਉਦੋਂ ਤੇ ਰੋਜ਼ ਆ ਕੇ ਕਹਿੰਦਾ ਸੀ ਬਾਬਾ ਜੀ ਪਿੰਡ ਜੀ ਨਹੀਂ ਲੱਗਦਾ, ਕਿਤੇ ਦੂਰ ਪਾਰ ਚੱਲਦੇ ਆ। ਕਹਿੰਦਾ ਮਹਾਰਾਜ ਮੈਨੂੰ ਘਰ ਦੀ ਯਾਦ ਆਉਂਦੀ ਹੈ, ਮੈਨੂੰ ਆਪਣੇ ਬੱਚਿਆਂ ਦਾ ਫਿਕਰ ਪੈ ਗਿਆ, ਮੈਂ ਫੇਰ ਮੁੜ ਕੇ ਆ ਜੂ, ਇੱਕ ਵਾਰ ਮਿਲਤੇ ਆਵਾਂ। ਬਾਹਾਂ ਖੜੀਆਂ ਪਈਆਂ। ਮਾਫ ਕਰਿਓ, ਜਿਹੜੇ ਬੰਦੇ ਤੁਹਾਨੂੰ ਬਹੁਤਾ ਕਹਿਣ ਨਾ ਮੇਰੇ ਪੋਤਾ ਪੋਤੀ ਬੜਾ ਪਿਆਰ ਕਰਦੇ, ਮੇਰਾ ਮੁੰਡਾ ਮੈਨੂੰ ਬੜਾ ਪਿਆਰ ਕਰਦਾ ਹੈ, ਬਚਿਓ ਜੀ ਥੋੜਾ ਜਿਹਾ। ਘਰੇ ਤੇ ਸਰਬਸੇ ਹੁੰਦੀ, ਆਖੋ ਸਤਨਾਮ। ਉੱਠਦਿਆਂ ਬਹਿੰਦਿਆਂ ਨੂੰ ਜਿਹਨੂੰ ਗਾਲਾਂ ਪੈਣ ਉਹ ਦਿਖਾਵੇ ਕਰੂ, ਲੈ ਮੈਨੂੰ ਤੇ ਪਿਆਰ ਬੜੇ, ਵੀ ਬਾਕੀਆਂ ਦੇ ਮਾਂ-ਬਾਪ ਗੱਡੇ ਹੋਏ ਆ, ਵੀ ਜੇ ਤੇਰੇ ਧੀ ਪੁੱਤ ਤੈਨੂੰ ਪਿਆਰ ਕਰਦੇ, ਬਾਕੀਆਂ ਨੇ ਮਾਂ-ਬਾਪ ਨੂੰ ਕਿਰਾਏ ਤੇ ਰੱਖਿਆ। ਇਹ ਫੁਗਰੀਆਂ ਲੋਕਾਂ ਦੀਆਂ, ਬਚਿਆ ਕਰੋ ਇਹੋ ਜਿਹੇ ਲੋਕਾਂ ਤੋਂ। ਬਸ ਸਾਰਾ ਦਿਨ ਇੱਕੋ ਹੀ ਗੱਲ, ਜਿਵੇਂ ਘੁਮਿਆਰੀ ਆਪਣੇ ਭਾਂਡੇ ਦੇ ਗੁਣ ਗਾਈ ਜਾਂਦੀਆਂ ਨੇ, ਭਾਵੇਂ ਭਾਂਡਾ ਹੱਥ 'ਚ ਟੁੱਟ ਜੇ, ਕਹਿੰਦੇ ਨਹੀਂ ਨਹੀਂ ਇਹ ਇਸੇ ਡਿਜ਼ਾਈਨ ਨਾਲ ਬਣਾਇਆ ਸੀ ਵੀ ਇੱਥੇ ਹੱਥ ਲਾਵਾਂਗੇ ਤੇ ਛੇਤੀ ਟੁੱਟ ਜਾਂਦਾ ਹੁੰਦਾ ਹੈ। ਜਿੰਨਾ ਆਪਣੇ ਆਪ ਨੂੰ ਚੰਗਾ ਕਹੇ ਭਲਾ ਕਹੇ। ਮਹਾਰਾਜ ਨੇ ਤਾਂ ਸਪਸ਼ਟ ਲਿਖਿਆ, ਆਪਸ ਕੋ ਜੋ ਭਲਾ ਕਹਾ ਬੈ ਤਿਸੇ ਭਲਾਈ, ਨਿੱਟ ਨਾ ਆਵੇ। ਅਰਥ ਨਹੀਂ ਸਮਝਦੇ, ਮੰਨਦੇ ਨਹੀਂ। ਕਹਿੰਦੇ ਆਪਣੇ ਆਪ ਨੂੰ ਚੰਗਾ ਦੱਸਦਾ, ਹਰਗ ਜੋ ਚੰਗਾ ਹੁੰਦਾ ਹੀ ਨਹੀਂ। ਬੁਰਾ ਬੰਦਾ ਚੰਗਾ ਬਣ ਕੇ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਮੇਰੇ ਘਰ 'ਚ ਮੇਰੀ ਇੰਨੀ ਇੱਜ਼ਤ ਹੈ। ਇਹ ਦੱਸੋ ਵੀ ਬੇਇੱਜ਼ਤ ਕੌਣ ਹੈ ਕੋਈ ਇੱਦਾਂ ਦਾ ਵੀ ਜਿਹਦੇ ਘਰੇ ਉਹਦੇ ਬੱਚੇ ਉਹਨੂੰ ਇੱਜ਼ਤ ਨਾ ਕਰਦੇ ਹੋਣ? ਭਾਵੇਂ ਦਿਲੋਂ ਕੋਈ ਬੁਲਾਵੇ ਨਾ ਬੁਲਾਵੇ, ਪਾਣੀ ਤੇ ਸਾਰੇ ਪੁੱਛਦੇ ਆ, ਹਾਲ ਚਾਲ ਤੇ ਹਰੇਕ ਹੀ ਪੁੱਛਦਾ ਨਾ। ਪਰ ਭਾਈ ਮਰਦਾਨੇ ਤੇ ਮਰਦ ਨੇ ਮੋਹ ਪਾਤਾ। ਕਹਿੰਦੇ ਮਰਦ ਮੇਰੇ ਬੱਚੇ ਮੈਨੂੰ ਚੇਤੇ ਕਰਦੇ ਨੇ, ਮੇਰੀ ਪਤਨੀ ਯਾਦ ਕਰਦੀ ਹੈ, ਮੇਰੇ ਮਾਂ-ਬਾਪ ਬੁੱਢੇ ਆ। ਵੀ ਜਦੋਂ ਕਹਿੰਦਾ ਸੀ ਮਰਦ ਮੈਂ ਤੁਹਾਡੇ ਨਾਲ ਹੀ ਜਾਣਾ, ਆਪਾਂ ਘਰੇ ਕੀ ਕਰਨਾ, ਘਰੇ ਕਿਹੜਾ ਕੋਈ ਪੁੱਛਦਾ, ਉਦੋਂ ਨਹੀਂ ਸੀ ਬੁੱਢੇ। ਮੋਹ ਹੀ ਐਸਾ ਹੈ, ਬੰਦੇ ਨੂੰ ਅੰਨ੍ਹਿਆ ਕਰ ਦਿੰਦਾ, ਬੰਦੇ ਨੂੰ ਚੰਗਾ ਮਾੜਾ ਦਿਸਦਾ ਹੀ ਕੁਛ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਘਰ ਨੇ ਵੀ ਉੱਥੇ ਹੀ ਰਹਿਣਾ, ਪਿੰਡ ਨੇ ਵੀ ਉੱਥੇ ਰਹਿਣਾ, ਮਰਦਾਨਿਆਂ ਆਪਣੀ ਘਰੇ ਬੁੱਕਤ ਨਹੀਂ ਹੈ। ਹੱਸ ਕੇ ਕਿਹਾ ਮਹਾਰਾਜ ਨੇ, ਇਹ ਸੱਚ ਹੈ। ਪੈਸੇ ਦੀ ਇੱਜ਼ਤ ਹੈ। ਤੁਸੀਂ ਪੈਨਸ਼ਨ ਲੈ ਕੇ ਘਰੇ ਆਓ, ਪੁੱਤ ਪੋਤਿਆਂ ਨੂੰ ਦੋ, ਗੋਡੇ ਘੁੱਟਦੇ ਫਿਰਨਗੇ, ਲੈ ਵਿਹਲੇ ਬਹਿ ਜਾਓ। ਕਮਾ ਕੇ ਖਵਾਇਆ ਹੋਵੇ ਨਾ ਵੀ ਹੋਵੇ, ਨਿਆਣੇ ਉੱਠਦੇ ਬਹਿੰਦੇ ਨੂੰ ਗਾਲਾਂ ਕੱਢਦੇ, ਕਹਿੰਦੇ ਲੈ ਬੁੜਾ ਮਰਦਾ ਹੀ ਨਹੀਂ ਯਾਰ, ਇਹ ਬੈਠਾ ਸਾਡੀ ਜੜ੍ਹਾਂ 'ਚ, ਜਿੱਦਣ ਮਰ ਜੂ ਉਦਣ ਤਰੱਕੀ ਕਰਾਂਗੇ। ਕਹਿੰਦੇ ਆ ਨਾ, ਪੈਨਸ਼ਨ ਦੇਈ ਚਲੋ, ਉਹਨਾਂ ਨੂੰ ਕੀ ਔਖਾ ਹੈ,
ਪੈਸੇ ਦੇਈ ਚਲੋ ਲਿਆ ਕੇ ਬਾਹਰੋਂ ਕਮਾ ਪਾਪ ਕਰ ਕਰਕੇ ਤੇ ਗੋਡੇ ਘੁੱਟਦੇ ਫਿਰਦੇ, ਕਹਿੰਦੇ ਲੈ ਮੇਰਾ ਦਾਦਾ ਮੇਰਾ ATM, ਮੇਰੀ ਦਾਦੀ ਮਾਂ ਮੇਰਾ ਅਕਾਊਂਟ ਹੈ, ਮੈਨੂੰ ਚਿੰਤਾ ਹੀ ਨਹੀਂ, ਕਦੇ ਉਹ ਤੋਂ ਚੋਰੀ ਫੜ ਲੈ, ਕਦੇ ਉਹ ਤੋਂ ਫੜ ਲੈ, ਪੰਪ ਮਾਰਤਾ ਤੂੰ ਤੇ ਬਹੁਤ ਨਾਈਸ ਹੈ। ਇਹ ਚੱਲਦਾ ਹੈ। ਭਾਈ ਮਰਦਾਨਾ ਜੀ ਨੂੰ ਬੱਚਿਆਂ ਦਾ ਮੋਹ ਸਤਾਵੇ, ਪਰ ਗੁਰੂ ਬਾਬਾ ਜੀ ਚੰਗੇ ਨਹੀਂ ਲੱਗਦੇ। ਮੋਹ 'ਚ ਕੀ ਦਿਸਦਾ ਹੈ? ਨਾ ਦੋਸਤ ਚੰਗਾ ਲੱਗੇ, ਨਾ ਮਿੱਤਰ ਚੰਗਾ ਲੱਗੇ, ਸਿਰਫ ਆਪਣੇ ਰਿਸ਼ਤੇਦਾਰ, ਆਪਣਾ ਪਰਿਵਾਰ ਹੀ ਚੰਗਾ ਲੱਗਦਾ। ਮੋਹ ਦਾ ਮਾਰਿਆ ਬੰਦਾ ਕੀ ਕਰੂ? ਉਹ ਘਰ ਤੋਂ ਦੁਖੀ ਹੋ ਕੇ ਕਹਿੰਦਾ ਹੈ, ਅੰਦਰੋਂ ਦੁਖੀ ਹੈ, ਕਹਿੰਦਾ ਕਿਸੇ ਯਾਤਰਾ ਤੇ ਲੈ ਚੱਲੋ, ਕਿਸੇ ਟੂਰ ਤੇ ਚੱਲਦੇ ਆ, ਖਰਚਾ ਕੀਤਾ 15-20 ਹਜ਼ਾਰ ਦਾ, ਇੰਡੀਆ ਤੋਂ ਬਾਹਰ ਤੁਰਿਆ ਫਿਰਦਾ, ਉੱਥੇ ਬੈਠਾ ਵੀ 2-2 4-4 ਘੰਟੇ ਵੀਡੀਓ ਕਾਲ ਨਿਆਣਿਆਂ ਨਾਲ, ਬੱਚਿਆਂ ਦੀਆਂ ਗੱਲਾਂ, ਉਹਨਾਂ ਦੀਆਂ ਯਾਦਾਂ, ਵੀ ਉੱਥੇ ਦੁਖੀ ਹੋਇਆ 20,000 ਪੱਟ ਕੇ ਇੱਥੇ ਆਇਆ, ਫਿਰ ਘਰੀ ਬਹਿ ਜਾਂਦਾ। ਜਿਨ੍ਹਾਂ ਤੋਂ ਦੂਰ ਆਇਆ ਉਹਨਾਂ ਦੇ ਪਿੱਛੇ ਫੇਰ ਸਿਫਤਾਂ ਫੇਰ ਉਹਨਾਂ ਦੀਆਂ ਕਰੀ ਜਾਂਦਾ। ਇਹ ਕੀ ਹੈ? ਉਹਨਾਂ ਦੇ ਵੱਸ ਦਾ ਕੰਮ ਨਹੀਂ ਹੈ, ਮੋਹ ਦੇ ਮਾਰੇ ਹੋਏ ਆ। ਭਾਈ ਮਰਦਾਨਾ ਜੀ ਦੇ ਅੰਤਾਂ ਦਾ ਮੋਹ ਗੁਰੂ ਪਾਤਸ਼ਾਹ ਨੇ ਪਾਤਾ, ਅੰਤਾਂ ਦਾ ਮੋਹ। ਰੋਣ ਲੱਗ ਗਏ ਜੀ, ਕਹਿੰਦੇ ਮੇਰਾ ਪਰਿਵਾਰ ਮੈਨੂੰ ਯਾਦ ਕਰਦਾ, ਹੁਣ ਉਹ ਤੇ ਮੇਰੇ ਬਿਨਾਂ ਰੋਟੀ ਨਹੀਂ ਸੀ ਖਾਂਦੇ, ਵੀ ਆਹ ਹੁਣ ਸਾਲ ਹੋ ਚੱਲਿਆ ਵੀ ਘਰ ਦੇ ਭੁੱਖੇ ਬੈਠੇ ਹੋਣੇ, ਉਹ ਤੇ ਚੱਜ ਨਾਲ ਰੱਜ ਕੇ ਸੌਂਦੇ ਹੋਣੇ। ਕਹਿੰਦੇ ਚੱਲ ਵਧੀਆ ਗਏ ਨੇ, ਰੌਲਾ ਰੱਪਾ ਕੋਈ ਨਹੀਂ, ਕੋਈ ਗਾਲਾਂ ਨਹੀਂ ਕੱਢਦਾ, ਮੰਦਾ ਚੰਗਾ ਨਹੀਂ ਕਹਿੰਦਾ। ਮਰਦ ਹੱਸੀ ਜਾਣ, ਮੁਸਕਰਾਈ ਜਾਣ। ਕਹਿੰਦਾ ਬਾਬਾ ਜੀ ਮੈਂ ਦੁਖੀ ਆ, ਮੈਨੂੰ ਪਰਿਵਾਰ ਦੀ ਯਾਦ ਆਉਂਦੀ, ਤੁਸੀਂ ਮਖੌਲ ਕਰਦੇ ਹੋ। ਫਿਰ ਗੁੱਸਾ ਚੜ੍ਹਦਾ ਹੁੰਦਾ ਬੰਦਾ ਜਦੋਂ ਕੋਈ ਉਹਦੇ ਪਰਿਵਾਰ ਬਾਰੇ ਆਖੇ ਨਾ ਸੱਚੀ ਗੱਲ, ਉਹਨੂੰ ਚੰਗੀ ਨਹੀਂ ਲੱਗਦੀ ਹੁੰਦੀ। ਗੁਰੂ ਨਾਨਕ ਸਾਹਿਬ ਮਰਦ ਮੁਸਕਰਾਈ ਜਾਣ, ਅੰਦਰੋਂ ਅੰਦਰ ਕਹਿਣ ਕੁਛ ਨਾ। ਕਹਿੰਦੇ ਮਰਦਾਨਿਆਂ ਕੋਈ ਕਿਸੇ ਦਾ ਨਹੀਂ ਇੱਥੇ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਤੱਕ ਬੰਦਾ ਮੈਂ ਮੇਰੀ ਮੇਰੀ ਕਰਦਾ ਹੈ, ਗੁਰਬਾਣੀ ਕਹਿੰਦੀ ਇੱਕ ਵੀ ਕੰਮ ਇਹਦਾ ਸਹੀ ਨਹੀਂ ਚੜ੍ਹਦਾ, ਹਰ ਕੰਮ 'ਚ ਬਦਨਾਮੀ। ਅੱਜ ਜਦੋਂ ਭਾਈ ਮਰਦਾਨਾ ਨਾ ਮੰਨਿਆ, ਉੱਠ ਪਿਆ ਜੀ, ਕਮਰ ਕਸਾ ਕਰ ਲਿਆ, ਕਹਿੰਦਾ ਬਾਬਾ ਆਗਿਆ ਮਰਜ, ਕਹਿੰਦੇ ਕੋਈ ਆਗਿਆ ਨਹੀਂ, ਮੱਥਾ ਟੇਕਦਾ, ਕਹਿੰਦਾ ਫਿਰ ਆਪਾਂ ਚੱਲੇ। ਆਗਿਆ ਦੋ ਨਾ ਦੋ, ਮੇਰਾ ਦੱਸਣਾ ਫਰਜ਼ ਹੈ। ਸ੍ਰੀ ਗੁਰ ਮੁਝ ਸੋ ਬਚਨ ਉਚਾਰੇ, ਰਾਖੋ ਰਹਿ ਕਹੇ ਤੁਮਾਰੇ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਭਾਈ ਬਾਲਾ ਜੀ ਕਥਾ ਸੁਣਾਉਂਦੇ, ਕਹਿੰਦੇ ਮਰਜ ਜਦੋਂ ਗੁਰੂ ਨਾਨਕ ਸਾਹਿਬ ਮਰਜ ਨਾ ਰੋਕ ਸਕੇ, ਸੁਣਿਓ ਬੜੇ ਧਿਆਨ ਨਾਲ, ਇਹ ਪਿਆਰ ਦੀਆਂ ਖੇਡਾਂ। ਉਹ ਰੱਬ ਤੇ ਚਾਹੇ ਭਾਈ ਮਰਦਾਨਾ ਕੀ ਚੀਜ਼ ਹੈ, ਖੇਡ ਆਪੀ ਵਰਤਾਈ ਹੋਈ ਹੈ। ਸਤਿਗੁਰ ਕਹਿੰਦੇ ਬਾਲਿਆ ਭਾਈ ਮੇਰੇ ਆਖੇ ਤੇ ਲੱਗਦਾ ਨਹੀਂ, ਇਹ ਮੇਰੀ ਤੇ ਹੁਣ ਮੰਨਦਾ ਹੀ ਨਹੀਂ, ਤੂੰ ਵੇਖ ਲਾ ਮਿੰਤ ਤਰਲਾ ਕਰਕੇ, ਜੇ ਤੇਰੇ ਕਿਹਾ ਰੁਕ ਜੇ ਆਖੋ ਸਤਨਾਮ। ਇਹਦਾ ਭਾਵ ਕੀ ਹੁੰਦਾ ਸਮਝੇ? ਤੁਸੀਂ ਨਾ ਕਿਸੇ ਰੁੱਸੇ ਹੋਏ ਬੰਦੇ ਨੂੰ ਮਨਾਓ, ਸਿਰ ਚੜੀ ਜਾਊਗਾ। ਰੋਂਦੇ ਨੂੰ ਚੁੱਪ ਕਰਾਓ। ਚੰਗਾ ਭਲਾ ਨਿਆਣਾ ਖੁੰਝੇ ਜੇ ਲੱਗਿਆ ਬੈਠਾ, ਮਾੜਾ ਜਿਹਾ ਗੋਦੀ ਚੱਕ ਲਓ, ਮੈਂ ਕਹਿੰਦਾ ਘਸੁੰਨ ਮਾਰਦਾ, ਉੱਚੀ ਉੱਚੀ ਰੋ ਵਿਖਾਉਂਦਾ ਹੈ, ਕਿਉਂਕਿ ਉਹਨੂੰ ਉਹਦਾ ਹਮਦਰਦ ਮਿਲ ਗਿਆ। ਮਰਦ ਕਹਿੰਦੇ ਉਹਨੂੰ ਹਮਦਰਦੀ ਦੇ ਮਾੜਾ ਜਾ। ਬਾਲਿਆ ਤੇਰੀ ਵੇਖ ਲਾ ਮੰਨਦਾ ਕਿ ਨਹੀਂ। ਤੇ ਜਦੋਂ ਪਤਾ ਹੋਵੇ ਨਾ ਰੋਣ ਵਾਲੇ ਨੂੰ ਮੈਨੂੰ ਮਨਾਉਣ ਵਾਲਾ ਬੈਠਾ ਉੱਚੀ ਉੱਚੀ ਰੋਊ, ਤੇ ਖਵਾਉਣ ਵਾਲੇ ਨੂੰ ਪਤਾ ਵੀ ਮੈਂ ਅੱਜ ਡਰਾਮਾ ਕਰੂੰ, ਘਰਦਿਆਂ ਨੂੰ ਕਹਿਣਾ ਪੀਜ਼ਾ ਲਿਆ ਕੇ ਦੋ, ਰੋਟੀ ਮੈਂ ਨਹੀਂ ਖਾਣੀ। ਉਹਨੂੰ ਪਤਾ ਹੈ ਵੀ ਜਦੋਂ ਮੈਂ ਅੱਧਾ ਕੁ ਘੰਟਾ ਰੋਟੀ ਨਹੀਂ ਖਾਊ, ਮਾਂ ਆਪੇ ਚੋਰੀ 500 ਫੜਾਊ, ਜਾਂ ਪੁੱਤ ਖਾਇਆ ਪਰ ਰੌਲਾ ਨਾ ਪਾਈ। ਕੰਮ ਚੱਲਦਾ ਨਾ, ਸਰਦਾ ਉਹਦਾ, ਸਿਰ ਚੜ੍ਹ ਜਾਂਦਾ ਬੰਦਾ। ਜਦੋਂ ਮਰਦ ਨੇ ਭਾਈ ਬਾਲੇ ਨੂੰ ਇਹ ਵਚਨ ਕਹੇ ਤੇ ਭਾਈ ਬਾਲਾ ਕਹਿੰਦਾ ਮਰਦਾਨਿਆ ਕਿਹੜੇ ਕੰਮ ਕਰੀ ਜਾਂਦਾ ਤੂੰ? ਉਹ ਹੋਰ ਭਾਰੂ ਹੋ ਗਿਆ ਵੀ ਇਹਨਾਂ ਦਾ ਮੇਰੇ ਬਿਨਾਂ ਕਿੱਥੇ ਸਰਨਾ, ਆਖੋ ਸਤਨਾਮ। ਹਾਂ ਅਸਲੀ ਖੇਡਾਂ ਨੇ ਅੰਦਰ ਦੀਆਂ। ਗੁਰੂ ਨਾਨਕ ਸਾਹਿਬ ਮਰਦ ਨੇ ਜਾਣ ਬੁੱਝ ਕੇ ਮੈਨੂੰ ਇਸ਼ਾਰਾ ਕਰਤਾ, ਬਾਲਿਆ ਮੇਰੇ ਕਿਹਾ ਨਹੀਂ ਰੁਕਦਾ, ਭਾਈ ਤੂੰ ਜ਼ੋਰ ਲਾ ਕੇ ਵੇਖ ਲਾ ਜੇ ਰੁਕਦਾ ਏ। ਮੈਂ ਸਮਝ ਤੇ ਗਿਆ ਮਰਦ ਦਾ ਇਸ਼ਾਰਾ। ਅਸਲ ਕਾਰਨ ਕੀ ਹੈ? ਇਹਦਾ ਭਾਵ ਹੁੰਦਾ ਵੀ ਜੇ ਭੱਜਦਾ ਨਹੀਂ ਭਜਾਓ ਹੋਰ, ਆਖੋ ਸਤਨਾਮ। ਇਹ ਕਾਰਨ ਹੈ। ਕੋਈ ਰਿਸ਼ਤੇਦਾਰ ਝੋਲਾ ਚੱਕੀ ਫਿਰਦਾ ਹੋਵੇ ਨਾ, ਤੁਸੀਂ ਭਜਾਉਣਾ ਚਾਹੁੰਦੇ ਹੋਵੋ, ਇੱਕ ਵਾਰੀ ਆਪ ਕਹੋ ਨਾ ਜਾਓ ਭਾਈ, ਫਿਰ ਨਿਆਣਿਆਂ ਨੂੰ ਕਹਿ ਦਿਓ ਭਾਈ ਚਾਚੇ ਨੂੰ ਜਾਣ ਨਹੀਂ ਦੇਣਾ। ਉਹ ਬਾਰ-ਬਾਰ ਚਾਚਾ ਨਾ ਜਾਈ ਯਾਰ, ਉਹ ਕਹਿੰਦਾ ਨਹੀਂ ਪੁੱਤ ਫੇਰ ਆਊਂਗਾ, ਮੈਨੂੰ ਕੰਮ ਬੜੇ ਆ, ਮੈਨੂੰ ਉਹ ਮਤਲਬ ਹੋਰ ਅਗਰੈਸਿਵ ਹੋ ਜੂ ਵੀ ਹੁਣ ਤੇ ਮੈਨੂੰ ਛੇਤੀ ਛੱਡ ਕੇ ਆਓ। ਇਹ ਤਰੀਕੇ ਹੁੰਦੇ ਆ, ਰਾਜਨੀਤੀ ਵਿੱਚ ਇਹ ਤਰੀਕੇ ਵਰਤੇ ਜਾਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਵੇਖ ਲੈ ਭਾਈ ਆਪਣਾ ਸਾਥੀ ਹੈ, ਜੇ ਸਾਡੀ ਨਹੀਂ ਮੰਨਦਾ ਹੋ ਸਕਦਾ ਤੇਰੀ ਮੰਨੇ। ਪਰ ਇਹ ਤੇ ਗੱਲ ਸ਼ੋਰ ਆ ਨਾ ਵੀ ਜੇ ਉਹ ਗੁਰੂ ਨਾਨਕ ਸਾਹਿਬ ਦੀ ਨਹੀਂ ਮੰਨਦਾ, ਭਾਈ ਬਾਲੇ ਦੀ ਕਿੱਥੋਂ ਮੰਨ ਲੂਗਾ? ਉਹਦੇ ਤੇ ਗਲ ਪੈਂਦਾ, ਕਹਿੰਦਾ ਮੈਨੂੰ ਹਰ ਥਾਂ ਫਸਾਉਣ ਵਾਲਾ ਤੂੰ ਹੈ। ਪਰ ਇਹ ਖੇਡ ਸੀ ਬਾਬਾ ਜੀ ਦੀ। ਭਾਈ ਬਾਲਾ ਜੀ ਕਹਿੰਦੇ ਮੈਂ ਨਾ ਹੱਥ ਜੋੜੇ ਬੜੇ ਪਿਆਰ ਨਾਲ, ਮੈਂ ਕਿਹਾ ਵੇਖ ਮਰਦਾਨਿਆ ਰੁੱਸੀ ਦਾ ਨਹੀਂ ਹੁੰਦਾ, ਤੇਰਾ ਸਾਡਾ ਕੀ ਵੰਡਿਆ ਹੋਇਆ?
ਆਪਾਂ ਇਕੱਠੇ ਆਏ ਆ, ਇਕੱਠੇ ਰਹਿਣਾ ਏ, ਇਕੱਠੇ ਹੀ ਘਰ ਨੂੰ ਜਾਣਾ ਏ। ਸ੍ਰੀ ਅੰਗਦ ਸੁਣੀਏ ਗੁਣ ਖਾਨੀ, ਕਹੀ ਤਾਹੇ ਮੈਂ ਸੰਗ ਮੈਂ ਇਹ ਬਵਾਨੀ। ਗੁਰੂ ਅੰਗਦ ਦੇ ਪਾਤਸ਼ਾਹ ਇਸ ਕਥਾ ਨੂੰ ਸੁਣਦੇ ਸੁਣਦੇ ਮੁਸਕਰਾ ਪਏ, ਖੂਬ ਹੱਸੇ, ਕਿਉਂਕਿ ਰੰਗਲੇ ਚੋਜ ਨੇ ਮਰਦ ਦੇ। ਕਹਿੰਦੇ ਮੈਂ ਉੱਠ ਕੇ ਭਾਈ ਮਰਦਾਨੇ ਦੀ ਬਾਹ ਫੜ ਕੇ ਆਖਿਆ, ਮਰਦਾਨਿਆ ਭਾਈ ਹੁਣ ਤੇ ਸਤਿਗੁਰਾਂ ਨੇ ਤੇਰੀਆਂ ਮਿੰਨਤਾਂ ਕਰ ਲਈਆਂ, ਤਰਲੇ ਕਰ ਲਏ। ਤੁਸੀਂ ਆਪ ਸੋਚ ਕੇ ਵੇਖੋ ਵੀ ਕਿੰਨਾ ਪਿਆਰ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਹੋਣਾ। ਕੌਣ ਮਨਾਉਂਦਾ ਅੱਜ ਦੇ ਸਮੇਂ ਕਿਸੇ? ਕੋਈ ਰੁੱਸਦਾ 20 ਵਾਰ ਰੁੱਸੇ, ਅਗਲਾ ਕਹਿੰਦਾ ਯਾਰ ਜਾਂਦਾ ਜਾ, ਮੈਂ ਤੇਥੋਂ ਕੀ ਲੈਣਾ। ਰੱਬ ਹੋ ਕੇ ਮਨਾਉਣਾ, ਖੇਡਾਂ ਵਰਤਾਉਣੀਆਂ, ਮਾਇਆ ਪਾਉਣੀ, ਉਹਨੇ ਰੁੱਸ ਜਾਣਾ ਨੂੰ ਫੇਰ ਮਨਾਉਣਾ। ਉਹੀਓ ਜਾਣਦੇ ਕਿੰਨਾ ਪ੍ਰੇਮ ਹੋਣਾ। ਭਾਈ ਬਾਲਾ ਜੀ ਕਹਿੰਦੇ ਮੈਂ ਨਾ ਬੜੇ ਅਦਬ ਨਾਲ ਆਖਿਆ, ਮਰਦਾਨਿਆ ਤੂੰ ਬਹੁਤ ਸਿਆਣਾ ਹੈ ਭਾਈ, ਤੂੰ ਸਾਡਾ ਰਬਾਬੀ ਹੈ। ਗੁਰੂ ਸਾਹਿਬ ਸ਼ਬਦ ਗਾਉਂਦੇ ਨੇ, ਤੂੰ ਰਬਾਬ ਵਜਾਉਣਾ ਹੈ। ਕਹਿੰਦੇ ਮੈਂ ਫੇਰ ਆਖਤਾ ਵੀ ਮਰਜ ਸ਼ਬਦ ਕਿਵੇਂ ਗਾਇਆ ਕਰਨਗੇ ਜੇ ਤੂੰ ਰਬਾਬ ਹੀ ਨਾ ਵਜਾਈ। ਮਤਲਬ ਭਾਰੂ ਹੋ ਗਿਆ, ਹੋਰ ਭਾਰੂ ਵੀ ਸਾਡੇ ਬਿਨਾਂ ਤੇ ਹੁਣ ਰਬਾਬ ਵੀ ਨਹੀਂ ਵੱਜਣੀ। ਆਖੋ ਸਤਨਾਮ, ਮੇਰੇ ਬਿਨਾਂ ਮੇਰਾ ਪਰਿਵਾਰ ਰਹਿ ਜੂ। ਹੁੰਦਾ ਬੰਦੇ ਨੂੰ ਭੁਲੇਖਾ ਹੁੰਦਾ ਹੈ ਵੀ ਮੈਂ 4 ਦਿਨ ਘਰੇ ਨਾ ਗਿਆ, ਮੇਰੇ ਮੁੰਡੇ ਨੇ ਰੋਟੀ ਨਹੀਂ ਖਾਣੀ, ਮੇਰੀ ਨੂੰਹ ਨੇ ਰੋਟੀ ਨਹੀਂ ਖਾਣੀ, ਮੇਰੇ ਪੁੱਤ ਉਹ ਤੇ ਖੁਸ਼ੀਆਂ ਮਨਾਉਂਦੇ ਫਿਰਦੇ, ਘਰੇ ਵੜਦੇ ਨਹੀਂ। 4 ਦਿਨ ਕੱਟ ਕੇ ਤੇਰੇ ਬਿਨਾਂ ਜ਼ਿੰਦਗੀ ਵੀ ਕੱਟ ਲੈਣਗੇ। ਭਾਈ ਮਰਦਾਨੇ ਨੂੰ ਹੁਣ ਕੋਲ ਬੈਠੇ ਫੀਕੇ ਲੱਗਦੇ ਆ, ਦੂਰ ਬੈਠੇ ਮਿੱਠੇ ਲੱਗਦੇ ਆ, ਵੀ ਉਹ ਪਰਿਵਾਰ ਵਾਲੇ ਚੰਗੇ ਆ। ਯਾਦ ਤੇ ਕਰਦੇ ਹੁਣ। ਭਾਈ ਬਾਲਾ ਜੀ ਕਹਿੰਦੇ ਮਰਜ ਮੈਂ ਨਾ ਜਦੋਂ ਮਿੰਨਤਾਂ ਤਰਲੇ ਜੇ ਕੀਤੀਆਂ, ਮੈਨੂੰ ਕਹਿੰਦਾ ਬਾਲਿਆ ਤੂੰ ਤੇ ਚੁੱਪ ਹੀ ਰਹਿ, ਚੰਗਾ ਹੈ, ਤੂੰ ਮੈਨੂੰ ਕੁਝ ਵੀ ਆਖ ਨਾ। ਕਿਉਂ ਭੁੱਲੋ ਔਰ ਕਰੋ ਵਿਚਾਰ, ਸ਼੍ਰੀ ਨਾਨਕ ਤਨ ਏਕ ਓੰਕਾਰ। ਮੈਂ ਬੜੇ ਅਦਬ ਨਾਲ ਆਖਿਆ, ਕਿਉਂ ਭੁੱਲਿਆ ਫਿਰਦਾ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਓੰਕਾਰ ਨੇ, ਪਰਮੇਸ਼ਰ ਨੇ, ਨਿਰੰਕਾਰ ਨੇ। ਕਮਲਿਆ ਰੱਬ ਦਾ ਸਾਥ ਛੱਡ ਕੇ ਜਾਈਦਾ। ਦੁਨੀਆ ਵੱਡੇ ਵੱਡੇ ਯੋਗੀ ਸਾਧੂ ਇਹਨਾਂ ਦੇ ਚਰਨਾਂ ਦੀ ਧੂੜ ਪਾਉਣ ਵਾਸਤੇ ਤਰਸਦੇ ਆ, ਹਜ਼ਾਰਾਂ ਯੁੱਗਾਂ ਤੋਂ ਬੰਦਗੀ ਕਰਦੇ ਆ। ਤੈਨੂੰ ਰੱਬ ਦਾ ਸਾਥ ਮਿਲਿਆ, ਤੈਨੂੰ ਰੱਬ ਹੀ ਪਸੰਦ ਨਹੀਂ। ਕਹਿੰਦੇ ਮੈਂ ਜਦੋਂ ਇਹ ਬਚਨ ਆਖੇ ਨਹੀਂ ਤਾਂ ਬਚਨਾਂ ਦਾ ਭਾਵ ਕੀ ਹੁੰਦਾ? ਜਦੋਂ ਨਾ ਕੋਈ ਆਪਣਾ ਮਾਈਂਡ ਸੈਟਅਪ ਕਰ ਲੈਂਦਾ ਹੈ ਵੀ ਮੈਂ ਆਹ ਕੰਮ ਕਰਨਾ ਹੈ, ਤੁਸੀਂ ਲੱਖ ਜ਼ੋਰ ਲਾ ਲਓ, ਉਹਨੂੰ ਰੋਕ ਨਹੀਂ ਸਕਦੇ। ਤੁਹਾਡੀਆਂ ਕਈਆਂ ਹੋਈਆਂ ਗੱਲਾਂ ਉਸ ਬੰਦੇ ਨੂੰ ਹੋਰ ਤੇਜ਼ ਤਰਾਰ ਕਰਨਗੀਆਂ ਵੀ ਆਹ ਫੈਸਲਾ ਛੇਤੀ ਲੈ ਲਾਂ ਮੈਂ ਤੇ ਬੜੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਮਰਦਾਨਿਆ ਨਾ ਕਰ ਇੱਦਾਂ, ਸਾਨੂੰ ਕਿਸੇ ਵੱਡਿਆਂ ਕਰਮਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਸੰਗ ਮਿਲਿਆ ਹੈ, ਕੋਈ ਚੰਗੀ ਕਿਸਮਤ ਹੈ ਸਾਡੀ। ਅੱਜ ਛੱਡ ਕੇ ਜਾਏਗਾ, ਗੁਰੂ ਬਾਬਾ ਜੀ ਨਾਰਾਜ਼ ਹੋਣਗੇ। ਇਨਕੋ ਸੰਗ ਤਜੈ ਹਵੈ ਮੂਡਾ, ਨਿਜ ਕੁਟੰਬ ਕੇ ਮੋਹ ਆਰੂਡਾ। ਕਿਉਂ ਮੂਰਖਾਂ ਵਾਲੇ ਕੰਮ ਕਰਦਾ? ਰੱਬ ਦਾ ਸੰਗ ਛੱਡ ਕੇ ਮੋਹ ਮਾਇਆ ਪਰਿਵਾਰ 'ਚ ਫਸਿਆ ਫਿਰਦਾ ਮਰਦਾਨਿਆ। ਤੂੰ ਤੇ ਕਹਿੰਦਾ ਸੀ ਮਹਾਰਾਜ ਮੈਨੂੰ ਮੋਹ ਕੋਈ ਨਹੀਂ, ਮੇਰੇ ਪਰਿਵਾਰ ਦਾ ਮੈਨੂੰ ਫਿਕਰ ਕੋਈ ਨਹੀਂ, ਮੈਂ ਰਸਤ ਪਾਣੀ ਦੇ ਕੇ ਚੱਲਿਆ, ਉਹਨਾਂ ਨੂੰ ਇਹਨਾਂ ਕਿਹੜਾ ਯਾਦ ਕਰਨਾ ਹੈ। ਕਹਿੰਦਾ ਬਾਲਿਆ ਨਾ ਰੋਕ ਮੈਨੂੰ, ਤੂੰ ਮੇਰੇ ਪਰਿਵਾਰ ਬਾਰੇ ਨਾ ਕੁਛ ਬੋਲ, ਭਾਵੇਂ ਗੁਰੂ ਸਾਹਿਬ ਬਾਰੇ ਬੋਲਣਾ ਪਰ ਪਰਿਵਾਰ ਬਾਰੇ ਨਾ ਬੋਲੀ। ਇਹ ਕਿਉਂ ਹੋ ਰਿਹਾ ਜੀ? ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਨੇ, ਪਰ ਮੇਰੇ ਬਾਬਾ ਜੀ ਨੇ ਆਪ ਮਾਇਆ ਦਾ ਜਾਲ ਪਾਤਾ। ਹੁਣ ਉਹਨਾਂ ਨੂੰ ਜੋ ਸਤਿਗੁਰ ਵਿਖਾਉਂਦੇ ਉਹੀ ਦਿਸਦਾ ਹੈ। ਮੈਨੂੰ ਕਹਿੰਦੇ ਮੈਨੂੰ ਰੋਕ ਨਾ ਤੂੰ। ਬਾਲਿਆ ਵੇਖ, ਜੇ ਮੈਂ ਗੁਰੂ ਨਾਨਕ ਸਾਹਿਬ ਦੀ ਨਹੀਂ ਮੰਨੀ, ਤੂੰ ਕੀ ਚੀਜ਼ ਆ? ਆਖੋ ਸਤਨਾਮ। ਮੈਂ ਉਹਨਾਂ ਦੀ ਨਹੀਂ ਮੰਨੀ, ਤੇਰੀ ਕਿਉਂ ਮੰਨਾਂ ਮੈਂ? ਮਿੱਤਰ ਨੇ ਜੀ, ਆਪਸ 'ਚ ਪਿਆਰ ਕਰਦੇ ਆ। ਭਾਈ ਬਾਲਾ ਜੀ ਕਹਿੰਦੇ ਮੈਂ ਸਮਝਾਈ ਜਾਵਾਂ, ਕਿਉਂ ਮਰਦ ਨੂੰ ਛੱਡ ਕੇ ਚੱਲਿਆ ਏ? ਇਹ ਤੇ ਉਹ ਗੱਲ ਆ ਵੀ ਪਾਰਸ ਨੂੰ ਛੱਡ ਕੇ ਲੋਹਾ ਇਕੱਠਾ ਕਰਨ ਵਾਲਾ ਕੰਮ ਹੈ। ਪਰਿਵਾਰ ਨੇ ਤੈਨੂੰ ਕੀ ਦੇਣਾ ਏ? ਕਾਚ ਬਿਹਾਜਣ ਹਿਤ ਦੁਖ ਸਹਿੀ, ਪਾਰਸ ਨਿਕਟ ਤਜਨ ਮਨ ਚੈਹੀ। ਗੁਰੂ ਪਾਰਸ ਨੂੰ ਕੋਲੋਂ ਛੱਡ ਕੇ ਤੂੰ ਕੱਚ ਇਕੱਠਾ ਕਰਦਾ ਫਿਰਦਾ। ਪਰਿਵਾਰ, ਜਿਸ ਪਰਿਵਾਰ ਲਈ ਸਾਰੀ ਜ਼ਿੰਦਗੀ ਮਰਦਾ ਖੱਪਦਾ ਰਿਹਾ, ਉਸੇ ਪਰਿਵਾਰ 'ਚ ਫੇਰ ਚੱਲਿਆ ਹੈ। ਜਿਹੜੇ ਤੈਨੂੰ ਕਹਿੰਦੇ ਸੀ ਤੂੰ ਆਈ ਨਾ ਆਈ ਸਾਨੂੰ ਫਰਕ ਨਹੀਂ ਪੈਂਦਾ, ਸਾਨੂੰ ਖਰਚਾ ਚਾਹੀਦਾ। ਇਹੀ ਕਿਹਾ ਸੀ ਭਾਈ ਮਰਦਾਨੇ ਦੇ ਪਰਿਵਾਰ ਨੇ। ਕਹਿੰਦੇ ਬਾਪੂ ਤੂੰ ਚਲੇ ਆ ਜਾ, ਕੋਈ ਗੱਲ ਨਹੀਂ, ਅਸੀਂ ਖਰਚਾ ਚਲਾ ਲਾਂਗੇ, ਕਿਉਂਕਿ ਸਤਿਗੁਰਾਂ ਦੇ ਪਿਤਾ ਤੇ ਪਰਿਵਾਰ ਨੇ ਖਰਚਾ ਭੇਜਣਾ। ਕੀ ਲੈਣਾ ਬਾਪੂ ਤੋਂ? ਸਰਦਾ ਕੰਮ ਪਿੱਛੋਂ। ਪਰ ਭਾਈ ਮਰਦਾਨਾ ਕਹਿੰਦਾ ਮੈਂ ਨਹੀਂ ਬਚਦਾ ਆਪਣੇ ਬੱਚਿਆਂ ਬਿਨਾਂ, ਮੈਨੂੰ ਮੇਰੇ ਪਰਿਵਾਰ ਦਾ ਖਿਆਲ ਆਉਂਦਾ, ਚੇਤਾ ਆਉਂਦਾ, ਬੜਾ ਲੰਮਾ ਸਮਾਂ ਹੋ ਗਿਆ। ਭਾਈ ਬਾਲਾ ਜੀ ਕਹਿੰਦੇ ਤੇਰੀ ਭੁੱਖ ਪਿਆਸ ਦਾ ਇੰਤਜ਼ਾਮ ਕਰ ਦਿੰਦੇ ਆ। ਕਹਿੰਦੇ ਨਾ ਨਾ, ਉਹਦਾ ਤੇ ਰੌਲਾ ਹੀ ਕੋਈ ਨਹੀਂ, ਉਹ ਤੇ ਦਾਬੇ ਦੁੱਬੇ ਮਾਰ ਕੇ ਮੈਂ ਰੋਟੀ ਖਾ ਹੀ ਲੈਣਾ ਤੁਹਾਡੇ ਕੋਲ, ਪਰ ਮੇਰਾ ਤੇ ਜੀ ਘਰ ਜਾਣ ਨੂੰ ਕਰਦਾ ਹੈ।
ਅੱਜ ਭੁੱਖ ਨਹੀਂ, ਮੋਹ ਹੈ ਅੱਜ। ਭਾਈ ਬਾਲਾ ਜੀ ਕਹਿੰਦੇ ਹੁਣ ਮੈਂ ਕੀ ਕਹਾਂ। ਮਰਦਾਨਿਆ ਫਿਰ ਮੂਰਖਤਾ ਹੋਏਗੀ ਤੇਰੀ ਬਹੁਤ ਵੱਡੀ, ਜੇ ਅੱਜ ਤੂੰ ਗੁਰੂ ਸਾਹਿਬ ਤੇ ਮੇਰਾ ਬਚਨ ਮੋੜਿਆ। ਇਨਕੋ ਸੰਗ ਸੁਦਾ ਸਮ ਤਿਆਗੈ, ਬਿਖਵਤ ਦੁਖ ਕੁਟੰਬ ਅਨਰਾਗੈ। ਬਾਲਾ ਜੀ ਕਹਿੰਦੇ ਵੇਖ ਘਰ ਪਰਿਵਾਰ ਜ਼ਹਿਰ ਸਮਾਨ ਹੈ, ਗੁਰੂ ਅੰਮ੍ਰਿਤ ਸਮਾਨ। ਹੱਥ ਜੋੜੇ ਕਹਿੰਦਾ ਤੁਹਾਡੇ ਅੱਗੇ ਆਪਣਾ ਅੰਮ੍ਰਿਤ ਕੋਲੇ ਰੱਖੋ, ਮੈਂ ਨਹੀਂ ਰਹਿਣਾ ਇੱਥੇ। ਓਏ ਭੁੱਖੇ ਤੁਸੀਂ ਮੈਨੂੰ ਮਾਰਤਾ, ਪਾਣੀ ਤੁਸੀਂ ਨਹੀਂ ਪੀਣ ਦਿੰਦੇ, ਜਾਨ ਮੈਨੂੰ ਕਿਸੇ ਬਾਜ਼ਾਰ 'ਚ ਨਹੀਂ ਦਿੰਦੇ। ਇਹ ਕੋਈ ਸੁੱਖ ਹੈ? ਮੋਹ ਹੈ ਨਾ। ਤੇ ਜਦੋਂ ਮੋਹ ਨਹੀਂ ਸੀ ਕਹਿੰਦੇ ਬਾਬਾ ਮੈਨੂੰ ਆਪਣੀ ਸ਼ਰਨ 'ਚ ਰੱਖਿਓ, ਮੈਨੂੰ ਆਪਣੇ ਸੰਗ 'ਚ ਰੱਖਿਓ, ਮੈਂ ਭੁੱਖ ਪਿਆਸ ਦੁੱਖ ਕੱਟ ਲਊਂ, ਪਰ ਮੈਨੂੰ ਨਾ ਵਿਛੋੜਿਓ। ਬੰਦਾ ਉਹੀ ਹੈ, ਦਿਲ ਦਿਮਾਗ ਉਹੀ ਹੈ, ਪਰ ਬਾਬਾ ਜੀ ਨੇ ਖਿਆਲ ਬਦਲਤੇ, ਸੁਰਤ ਤੇ ਜਾਲ ਪਾ ਦਿੱਤਾ। ਜਦੋਂ ਭਾਈ ਬਾਲਾ ਜੀ ਨੇ ਬਾਂਹ ਫੜੀ, ਕਹਿੰਦੇ ਮਰਦਾਨਾ ਜੀ ਬਾਂਹ ਛਡਾਉਣ, ਕਹਿੰਦੇ ਤੂੰ ਤਾਂ ਮੈਨੂੰ ਜਮਾ ਨਾ ਰੋਕ, ਤੇਰਾ ਆਪਣਾ ਘਰੇ ਕੋਈ ਹੈ ਨਹੀਂ, ਤੈਨੂੰ ਕੋਈ ਪੁੱਛਦਾ ਨਹੀਂ, ਮੈਨੂੰ ਵੀ ਰੋਕਣ ਲੱਗਿਆ ਏ। ਦੋਹਰਾ ਕਹਿਓ ਨਾ ਮਾਨਿਓ ਭਾਂਤ ਕੇ, ਬਿਦਾ ਲਹੀ ਕੇ ਬੈਨ। ਆਖਰਕਾਰ ਭਾਈ ਬਾਲਾ ਜੀ ਕਹਿੰਦੇ ਮੈਨੂੰ ਮੱਥਾ ਟੇਕੇ। ਮੱਥਾ ਤਾਂ ਟੇਕੇ ਬਾਬਾ ਖਹਿੜਾ ਛੱਡ ਮੇਰਾ, ਮੈਨੂੰ ਮੱਥਾ ਟੇਕਤਾ। ਫਿਰ ਮਰਜ ਗੁਲਾ ਕੇ ਨਮਸਕਾਰ ਕਰਕੇ ਕਹਿੰਦਾ ਮਰਜ ਅੰਗ ਸੰਗ ਸਹਾਇਤਾ ਕਰਿਓ, ਮੈਂ ਚੱਲਿਆ ਜੀ। ਪੁੱਛ ਕੇ ਨਹੀਂ ਚੱਲਿਆ, ਦੱਸ ਕੇ ਚੱਲਿਆ। ਦੋਨਾਂ ਚੀਜ਼ਾਂ 'ਚ ਫਰਕ ਹੈ। ਪੁੱਛ ਕੇ ਜਾਣਾ ਤਰਲੇ ਕਰਕੇ, ਜੇ ਅਗਲੇ ਨੇ ਕਹਿਤਾ ਨਹੀਂ ਜਾਣਾ ਫਿਰ ਬੈਠਾ ਰਹੇ। ਦੱਸ ਕੇ ਜਾਣ ਦਾ ਭਾਵ ਕੀ ਹੈ ਵੀ ਮੈਂ ਚੱਲਿਆ ਜੀ, ਧਿਆਨ ਰੱਖਿਓ ਆਪਣਾ, ਰੋਕ ਨਹੀਂ ਸਕਦੇ। ਸਤਿਗੁਰਾਂ ਨੂੰ ਕਹਿੰਦਾ ਮਰਜ ਮੈਂ ਆਪ ਜੀ ਨੂੰ ਦੱਸ ਕੇ ਚੱਲਿਆ ਜੀ, ਤੁਹਾਡੀ ਆਗਿਆ ਬਿਨਾਂ ਨਹੀਂ ਜਾਂਦਾ। ਵੀ ਦੱਸਣਾ ਵੀ ਆਗਿਆ ਸਮਝਦਾ ਵੀ ਮੈਂ ਚੱਲਿਆ। ਮਰਦ ਨੇ ਨਹੀਂ ਕਿਹਾ ਜਾ, ਨਾ ਕਿਹਾ ਰੁਕ। ਉਹ ਤੇ ਇੱਕ ਵਾਰ ਕਹਿਤਾ ਸੀ ਬਾਲਿਆ ਤੂੰ ਪੁੱਛ ਲਾ, ਉਹ ਭਾਰੂ ਹੋ ਗਿਆ ਹੁਣ। ਟੇਕ ਮਰਦ ਨੂੰ ਮੱਥਾ, ਕੱਪੜਿਆਂ ਦੀ ਪੰਡ ਰੱਖ ਮੋਢੇ ਤੇ, ਰਵਾਬ ਕਹਿੰਦਾ ਬਾਲਿਆ ਤੂੰ ਰੱਖ ਲੈ, ਤੂੰ ਰੱਖ। ਭਾਈ ਬਾਲਾ ਜੀ ਕਹਿੰਦੇ ਕਦੋਂ ਆਏਗਾ? ਕਹਿੰਦਾ ਬਸ ਜਿੱਦਣ ਮੇਰਾ ਮਨ ਮੰਨ ਗਿਆ, ਮੈਂ ਆਪੇ ਰਸਤੇ 'ਚ ਮਿਲ ਲੂੰਗਾ ਕਿਤੇ। ਮੱਥਾ ਟੇਕ ਕੇ ਭਾਈ ਮਰਦਾਨਾ ਚਾਹੋ ਜਲਾਲ ਵਿੱਚ ਇੱਥੋਂ ਚੱਲ ਪਿਆ। ਹਰਖਤ ਹੋਏ ਹਟ ਕਰ ਚਲਾ, ਜਾਵਨ ਕੋ ਨਿਜ ਐਨ। ਆਪਣੇ ਘਰ ਜਾਣ ਵਾਸਤੇ ਤੇਜ ਤੇਜ ਕਦਮ ਪੁੱਟਦਾ ਜੀ, ਚਾਅ ਬੜਾ ਉਹਨੂੰ, ਕੋਈ ਗਮ ਨਹੀਂ ਮੈਂ ਗੁਰੂ ਸਾਹਿਬ ਨੂੰ ਛੱਡ ਕੇ ਆਇਆ। ਕਿਉਂਕਿ ਖੁਸ਼ੀ ਹੈ ਇੱਕ ਪਾਸੇ ਦੀ, ਘਰ ਪਰਿਵਾਰ ਦਾ ਮੋਹ ਐਡਾ ਪ੍ਰਬਲ ਹੈ। ਰੱਬ ਦੀ ਗੋਦ ਵਿੱਚੋਂ ਮੋਹ ਬੰਦੇ ਨੂੰ ਉਠਾ ਕੇ ਚਲਾ ਕੇ ਮਾਰਦਾ, ਚਲਾ ਕੇ। ਇਹੀ ਕਾਰਨ ਹੈ ਸਿੱਖ ਸਾਰੀ ਜ਼ਿੰਦਗੀ ਮਾਣ ਨਹੀਂ ਕਰਦਾ। ਉਹ ਕਹਿੰਦਾ ਮਹਾਰਾਜ ਜੀ ਇਹ ਮੋਹ ਮੈਨੂੰ ਕਦੇ ਵੀ ਡੁਲਾ ਸਕਦਾ ਹੈ, ਕਿਰਪਾ ਕਰਿਓ। ਬਾਣੀ ਲਿਖਦੀ ਨਾ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਅਲੇ। ਇਹ ਚਿੱਕੜ ਹੈ ਮੋਹ ਦਾ। ਜੇ ਹੁਣ ਚਿੱਕੜ 'ਚ ਪੈਰ ਫਾਜੇ ਜੀ, ਕਈ ਵਾਰ ਬੰਦਾ ਨਿਕਲਦਾ ਦਲਦਲ 'ਚ ਹੋਰ ਤਾਂ ਜਾਂਦਾ। ਸਤਿਗੁਰ ਕਹਿੰਦੇ ਮੋਹ ਦੇ ਚਿੱਕੜ 'ਚੋਂ ਅੱਜ ਤੱਕ ਕੋਈ ਨਿਕਲਿਆ, ਹਰ ਕੋਈ ਫਸਿਆ, ਨਿਕਲਣ ਦੀ ਕੋਸ਼ਿਸ਼ ਕਰਦਾ ਹੋਰ ਥੱਲੇ। ਭਾਈ ਮਰਦਾਨਾ ਜੀ ਨੂੰ ਕੋਈ ਸ਼ਿਕਨ ਨਹੀਂ, ਕੋਈ ਵਿਛੋੜੇ ਦਾ ਦੁੱਖ ਨਹੀਂ ਵੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚੱਲਿਆ ਸੀ, ਅੱਧ ਵਿਚਾਲੇ ਸਾਥ ਛੱਡ ਕੇ ਭੱਜ ਗਿਆ। ਤੇ ਖੁਸ਼ ਹੈ ਸਗੋਂ ਵੀ ਸ਼ੁਕਰ ਹੈ ਸਾਧਾਂ ਦਾ ਖਹਿੜਾ ਛਟਿਆ, ਘਰੇ ਜਾਵਾਂਗੇ, ਮੌਜਾਂ ਕਰਾਂਗੇ, ਪਰਿਵਾਰ ਆਪਣੇ ਨਾਲ ਰਹੂਗਾ। ਕਹਿੰਦੀ ਉਹ ਘਰ ਨੇੜੇ ਆਉਣ 'ਚ ਨਹੀਂ ਆਉਂਦਾ, ਕਾਲੀ ਬੜੀ ਹੈ, ਤੇਜ਼ ਰਸਤੇ 'ਚ ਕਦਮ ਰੱਖਦਾ ਹੈ। ਦੁਪਹਿਰੇ ਵੀ ਕਿਤੇ ਆਰਾਮ ਕੀਤਾ ਨਾ। ਚੋਪਈ ਹੁਤੀ ਜਹਾਂ ਦੌਰਨ ਉਦਿਆਨਾ, ਬੈਸ ਗਏ ਸ੍ਰੀ ਗੁਰ ਤੇ ਥਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਜੰਗਲ ਦੇ ਵਿੱਚ ਇੱਕ ਭਿਆਨਕ ਜੀ ਥਾਂ ਤੇ ਚੌਂਕੜਾ ਲਾ ਕੇ ਬਹਿ ਗਏ। ਹੁਣ ਉਹ ਇਲਾਕਾ ਸਾਰਾ ਜੰਗਲਾਂ ਦਾ। ਐਮਪੀ ਵਿੱਚ ਅੱਜ ਵੀ ਬਹੁਤ ਵੱਡੇ ਵੱਡੇ ਜੰਗਲ ਨੇ, ਪਰ ਉਹਨਾਂ ਸਮਿਆਂ ਵਿੱਚ ਤੇ ਖਾਸ ਕਰਕੇ ਜੰਗਲ। ਯੂਪੀ ਹੋ ਗਿਆ, ਐਮਪੀ ਹੋ ਗਿਆ, ਯੂਪੀ 'ਚ ਅੱਜ ਵੀ ਬੜੇ ਬੜੇ ਜੰਗਲ ਮਿਲ ਜਾਣੇ ਤੁਹਾਨੂੰ ਕਈ ਕਿਲੋਮੀਟਰਾਂ 'ਤੇ। ਅਜੇ ਤੱਕ ਲੋਕ ਜੰਗਲਾਂ ਨੂੰ ਵੱਢ ਉੱਤਰਾਖੰਡ ਯੂਪੀ ਦੇ ਲੋਕ ਜ਼ਮੀਨਾਂ ਬਣਾ ਰਹੇ, ਉੱਤਰ ਪ੍ਰਦੇਸ਼ ਦੇ। ਪਰ ਉਸ ਵੇਲੇ ਕੈਸਾ ਮਾਜਰਾ ਹੋਣਾ। ਇਹਨਾਂ ਜੰਗਲਾਂ ਦੀਆਂ ਪਗਡੰਡੀਆਂ ਦੇ ਵਿੱਚੋਂ ਕਿਤੇ ਕੋਈ ਇਲਾਕਾ ਪਿੰਡ ਆ ਜਾਂਦਾ ਹੈ। ਸਤਿਗੁਰ ਇੱਕ ਸੰਘਣੇ ਜੰਗਲ 'ਚ ਬੈਠੇ ਰਹੇ ਕਾਫੀ ਦੂਰ ਜਾ ਕੇ, ਜਿੱਥੇ ਸ਼ਾਮ ਹੋ ਗਈ। ਪਰ ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਇੱਕ ਵਾਰ ਵੀ ਨਹੀਂ ਵੇਖਿਆ ਵੀ ਸਤਿਗੁਰਾਂ ਕੋਈ ਆਵਾਜ਼ ਵੀ ਮਾਰੀ ਹੈ, ਜਾਂ ਗੁਰੂ ਸਾਹਿਬ ਰੁਕ ਗਏ ਨੇ, ਜਾਂ ਮੇਰੇ ਪਿੱਛੇ ਆਉਂਦੇ ਆ। ਕਹਿੰਦੇ ਉਹ ਤੇ ਕਦਮ ਦਰ ਕਦਮ ਦੌੜਿਆ ਜਾਂਦਾ ਖੁਸ਼ੀ ਦੇ ਵਿੱਚ। ਆਪਣੇ ਪਿੰਡ ਮਿਲਣ ਦੀ ਖੁਸ਼ੀ ਹੈ, ਪਿੰਡ ਜਾਣ ਦਾ ਚਾਅ ਬੜਾ ਏ। ਇੱਕ ਪੱਗ ਅੱਗੇ ਨਹਿ ਪ੍ਰਿਸਥਾਨੇ,
ਵੈਸੇ ਬਾਸਰ ਤਹਾਂ ਬਿਤਾਨੇ। ਹੁਣ ਜਿਸ ਥਾਂ ਤੇ ਭਾਈ ਮਰਦਾਨਾ ਮਰਦ ਨੂੰ ਛੱਡ ਕੇ ਗਿਆ, ਸਤਿਗੁਰ ਜੀ ਉੱਥੇ ਹੀ ਬੈਠੇ ਰਹੇ। ਇੱਕ ਕਦਮ ਅੱਗੇ ਨਹੀਂ ਹੋਏ, ਇੱਕ ਕਦਮ ਪਿੱਛੇ ਨਹੀਂ ਹੋਏ। ਸੰਘਣੇ ਜੰਗਲ 'ਚ ਮਹਾਰਾਜ ਨੇ ਚੌਂਕੜਾ ਲਾਇਆ ਹੈ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਹ ਝੱਲਾ ਹੋਇਆ ਫਿਰਦਾ ਹੈ। ਸਤਿਗੁਰ ਕਹਿੰਦੇ ਛੱਡ ਬਾਲਿਆ, ਰੱਬ ਜੋ ਕਰਦਾ ਹੈ ਕਰਤਾਰ ਚੰਗਾ ਹੀ ਕਰਦਾ ਹੈ। ਮੈਂ ਕਿਹਾ ਮਹਾਰਾਜ ਸਤ ਬਚਨ। ਪਰ ਭਾਈ ਬਾਲਾ ਜੀ ਆਖਦੇ ਵੀ ਮੈਨੂੰ ਅੰਦਰੋਂ ਅੰਦਰ ਬੜਾ ਫਿਕਰ ਸੀ, ਰਬਾਬ ਕੌਣ ਵਜਾਊਗਾ। ਉਹ ਰਬਾਬੀ ਤੇ ਰੁੱਸ ਕੇ ਭੱਜ ਗਿਆ। ਉਹਦਾ ਕੀ ਪਤਾ ਹੈ, ਮੁੜ ਕੇ ਆਖੇ ਬਾਬਾ ਜੀ ਮੈਂ ਤੇ ਤੁਹਾਡੇ ਨਾਲ ਕਦੇ ਜਾਣਾ ਹੀ ਨਹੀਂ, ਮੈਂ ਤੇ ਘਰੇ ਸੁਖੀ ਹਾਂ ਜੀ, ਤੁਹਾਡੇ ਨਾਲ ਤੇ ਦੁੱਖ ਹੈ। ਜੰਗਲਾਂ ਵਿੱਚ ਮੱਛਰ ਨੇ, ਜੰਗਲੀ ਜਾਨਵਰ ਨੇ, ਕਦੇ ਭੁੰਜੇ ਸੌਣਾ ਪੈਂਦਾ, ਗੱਦਾ ਰਜਾਈ ਕਿੱਥੋਂ ਮਿਲਦੀ ਸੀ, ਵੀ ਤੇ ਮੁੱਕਰ ਜੂਏ ਤਾਂ ਨਹੀਂ ਆਉਂਦਾ। ਪਰ ਮਰਦ ਨੂੰ ਕੋਈ ਫਰਕ ਨਹੀਂ ਹੈ, ਇੱਦਾਂ ਹੀ ਬੈਠੇ ਨੇ ਜਿਵੇਂ ਭਾਈ ਮਰਦਾਨਾ ਜੀ ਨਾਲ ਸੀ ਉਸੇ ਤਰ੍ਹਾਂ ਹੁਣ ਬੈਠੇ, ਭਾਵੇਂ ਕੋਲ ਹੈ ਜਾਂ ਨਹੀਂ ਹੈ, ਸ਼ਿਕਨ ਨਹੀਂ ਸੀ, ਕੋਈ ਚਿੰਤਾ ਵੀ ਨਹੀਂ। ਮਰਦਾਨਾ ਹਟ ਕਰ ਜਬ ਗਵਨਾ, ਬਦਿਓ ਹੀਤ ਮਿਲਣੇ ਨਿਜ ਭਵਣਾ। ਜਿਉਂ-ਜਿਉਂ ਭਾਈ ਮਰਦਾਨਾ ਜੀ ਆਪਣੇ ਇਲਾਕੇ ਵੱਲ, ਪੰਜਾਬ ਵੱਲ ਨੂੰ ਤੁਰਦੇ ਆ, ਕਹਿੰਦੇ ਤਿਉਂ-ਤਿਉਂ ਕਦਮ ਅੱਗੇ ਰੱਖਦੇ, ਓਵੇ ਮੋਹ ਵਧੀ ਜਾਂਦਾ। ਸਤਿਗੁਰ ਵਧਾ ਰਹੇ ਆ, ਖੇਡ ਵਰਤਾਉਂਦੇ ਆ। ਕਹਿੰਦੇ ਭੱਜ ਲਿਆ ਕਰੇ ਕੱਲਾ ਰੱਖ ਕੇ ਮੋਢੇ ਤੇ, ਨੰਗੇ ਪੈਰ ਜੁੱਤੀ ਚੱਕੀ ਦੌੜਿਆ ਕਰੇ ਵੀ ਛੇਤੀ ਪੰਧ ਮੁੱਕ ਜੇ, ਰਸਤਾ ਮੁੱਕ ਜੇ। ਦੌੜ ਦੌੜ ਕੇ ਫਿਰ ਰੁਕ ਜਾਂਦਾ ਹੌਲੀ, ਕਿਉਂਕਿ ਮਨ ਨੂੰ ਲੱਗਦਾ ਵੀ ਭੱਜ ਕੇ ਛੇਤੀ ਪਹੁੰਚ ਜਾਊਗਾ, ਪੰਧ ਛੇਤੀ ਮੁੱਕ ਜੂਗਾ। ਪਰ ਉਹ ਪਿੱਛੇ ਮੁੜ ਨਹੀਂ ਵੇਖਦਾ। ਸੰਘਣਿਆਂ ਜੰਗਲਾਂ ਵਿੱਚ ਆ ਗਿਆ, ਇੰਨੇ ਭਿਆਨਕ ਜੰਗਲ ਜਿੱਥੇ ਕੋਈ ਮਾਨਵ ਨਜ਼ਰ ਨਹੀਂ ਆਉਂਦਾ। ਏਕ ਦਿਵਸ ਜਬ ਪੰਥ ਪਧਾਰ, ਦੁਤੀਏ ਦਿਨ ਪਾ ਚਲਨ ਤਿਆਰ। ਸਾਰਾ ਦਿਨ ਬਤੀਤ ਕੀਤਾ, ਕਿਤੇ ਪੱਤੇ ਖਾ ਲਏ, ਕਿਤੇ ਫਲ ਖਾ ਲਏ। ਕਹਿੰਦੇ ਰਾਤ ਆ ਗਈ, ਰਾਤ ਨੂੰ ਇਕੱਲਾ ਹੀ ਜੰਗਲ ਵਿੱਚ ਸੌਂ ਗਿਆ ਇੱਕ ਰੁੱਖ ਥੱਲੇ, ਡਰ ਨਹੀਂ ਹੈ ਕੋਈ। ਔਖੀ ਸੌਖੀ ਰਾਤ ਕੱਟੀ, ਸਵੇਰੇ ਇਸ ਵਕਤ ਤੇ ਫੇਰ ਤੁਰ ਪਏ। ਦੇਖੋ ਅੱਜ ਇਕੱਲੇ ਰਾਤ ਕੱਟਦੇ ਆ, ਕਿਤੇ ਮਰਦ ਦੇ ਨਾਲ ਰਹਿੰਦੇ ਵੀ ਘਬਰਾਉਂਦੇ ਸੀ, ਮਰਦ ਜੰਗਲੀ ਜਾਨਵਰ ਨਾ ਆ ਜੇ। ਮਨ ਇਹ ਹੈ, ਮਨ ਇਹ ਜਦੋਂ ਸ਼ੇਰ ਬਣ ਜਾਂਦਾ ਤੇ ਇਕੱਲਾ ਹੀ ਸ਼ਵਾ ਸ਼ੇਰ ਹੈ। ਜੇ ਇਹ ਡਰ ਗਿਆ, ਸਿਕਿਉਰਿਟੀ ਗਾਰਡ ਲੈ ਕੇ ਵੀ ਘਬਰਾਈ ਜਾਂਦਾ, ਕਹਿੰਦਾ ਮੈਂ ਤਾਂ ਨਹੀਂ ਜਾਂਦਾ ਬਾਹਰ, ਇਹਦਾ ਕੋਈ ਪਤਾ ਨਹੀਂ। ਰਾਤ ਕੱਟੀ, ਸਵੇਰ ਵੇਲੇ ਫੇਰ ਆਪਣੇ ਰਾਹ ਨੂੰ ਪੈ ਗਏ ਅੰਦਾਜ਼ੇ ਨਾਲ ਵੀ ਇਹ ਲਹਿੰਦੇ ਵਾਲੇ ਪਾਸੇ ਹੈ, ਉੱਤਰ ਦੀ ਦਿਸ਼ਾ ਦੇ ਵਿੱਚ ਪੰਜਾਬ ਹੈ। ਕਹਿੰਦੇ ਉਹ ਜੰਗਲ ਐਡੇ ਭਿਆਨਕ ਨੇ ਜੀ, ਉਹਨਾਂ 'ਚ ਪਗਡੰਡੀਆਂ ਵੀ ਹੈ ਨਹੀਂ। ਪਗਡੰਡੀਆਂ ਤੇ ਉੱਥੇ ਹੁੰਦੀਆਂ ਜਿਹੜੇ ਰਸਤੇ ਚੱਲਦੇ ਆ, ਪਰ ਇਹ ਰਾਹ ਚੱਲਦੇ ਨਹੀਂ ਸੀ। ਕਿਤੇ ਉੱਚੇ ਉੱਚੇ ਟਿੱਬੇ ਆ ਜਾਂਦੇ, ਛੋਟੇ ਮੋਟੇ ਪਹਾੜ ਆ ਜਾਂਦੇ ਰੇਤਲੇ। ਇਹਨਾਂ ਨੂੰ ਪਾਰ ਕਰਦੇ ਕਰਦੇ ਦੁਪਹਿਰ ਦਾ ਸਮਾਂ ਹੋ ਗਿਆ। ਰਾਖਸ਼ ਹੁਤੋ ਏਕ ਮਗ ਮਾਹੀ, ਤਿਨ ਤਬ ਹੀ ਗਹਿਲੀਨ ਤਹਾਹੀ। ਆਖਰਕਾਰ ਜਿਸ ਰਾਹ ਤੋਂ ਭਾਈ ਮਰਦਾਨਾ ਜੀ ਗੁਜ਼ਰਦੇ ਸੀ, ਕਹਿੰਦੇ ਉਹ ਇਲਾਕੇ ਵਿੱਚ ਕੁਝ ਘਰ ਸਨ ਰਾਖਸ਼ਾਂ ਦੇ। ਰਾਖਸ਼ ਬਿਰਤੀ ਵਾਲੇ ਲੋਕ। ਉਹਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ। ਉਹ ਰਾਖਸ਼ ਦਾ ਨਾਮ ਹੈ ਕੌਡਾ ਰਾਖਸ਼। ਹੁਣ ਇੱਥੇ ਕਈ ਵਾਰ ਨਾ ਸਾਡੇ ਦਿਮਾਗ 'ਚ ਆਉਂਦਾ ਵੀ ਰਾਖਸ਼ ਦੇ ਵੱਡੇ ਵੱਡੇ ਸਿੰਘ ਅਤੇ ਵੱਡੇ ਵੱਡੇ ਦੰਦ ਹੋਣੇ। ਰਾਖਸ਼ ਕੌਣ ਹੈ? ਬੰਦਿਆਂ ਦਾ ਮਾਸ ਖਾਂਦੇ ਸੀ। ਇਹ ਹੈ ਕੌਣ ਸੀ? ਮੱਧ ਪ੍ਰਦੇਸ਼ ਦਾ ਇਲਾਕਾ ਹੈ, ਸ਼ਹਿਰ ਜ਼ਿਲ੍ਹਾ ਅੱਜ ਕੱਲ੍ਹ ਜਬਲਪੁਰ ਹੈ, ਜਿੱਥੇ ਦੀ ਘਟਨਾ ਹੈ। ਇਹ ਜਿਹੜਾ ਰਾਖਸ਼ ਹੈ ਨਾ, ਇਹਨਾਂ ਦੀ ਜਿਹੜੀ ਕੁੱਲ ਹੈ ਉਹ ਹੈ ਇਸ ਮੂਲ ਦੇਸ਼ ਦੇ ਨਿਵਾਸੀ ਨੇ, ਭਾਰਤ ਵਰਸ਼ ਦੇ। ਕਿਉਂਕਿ ਆ ਜਿਹੜੇ ਜੱਟ ਜ਼ਿਮੀਂਦਾਰ ਲੋਕ ਨੇ, ਬ੍ਰਾਹਮਣ ਲੋਕ ਨੇ, ਇਹ ਆਰੀਅਨ ਨੇ, ਬਾਹਰੋਂ ਆਏ ਹੋਏ ਆ, ਜਿਵੇਂ ਅੰਗਰੇਜ਼ ਬਾਹਰੋਂ ਆਏ ਸੀ। ਇਹਨਾਂ ਨੇ ਆ ਕੇ ਮੂਲ ਨਿਵਾਸੀ ਲੋਕਾਂ ਨੂੰ ਦੱਬ ਲਿਆ। ਜਿਵੇਂ ਨਾਗਾਲੈਂਡ ਦੇ ਲੋਕ ਉੱਥੋਂ ਦੇ ਮੂਲ ਨਿਵਾਸੀ ਹੈ ਜੀ, ਉੱਥੋਂ ਦੇ ਅਸਲੀ ਲੋਕ ਭਾਰਤੀ ਉਹ ਨੇ। ਕਹਿੰਦੇ ਉਹਨਾਂ ਵਿੱਚ ਇੱਕ ਕੁੱਲ ਹੈ ਜਿਹਦਾ ਨਾਮ ਹੈ ਭੀਲ। ਹੁਣ ਭੀਲ ਸ਼ਬਦ ਦਰਾਵੜ ਭਾਸ਼ਾ ਦਾ ਸ਼ਬਦ ਹੈ। ਦਰਾਵੜ ਇਹ ਲੋਕ ਕਿੱਥੇ ਰਹਿੰਦੇ ਆ? ਪਾਕਿਸਤਾਨ ਦਾ ਗੁਜਰਾਤ, ਪਾਕਿਸਤਾਨ ਦਾ ਸਿੰਧ, ਸਾਡੇ ਇਸ ਇੰਡੀਆ ਦੇ ਵਿੱਚ ਮੱਧ ਪ੍ਰਦੇਸ਼, ਮਹਾਰਾਸ਼ਟਰਾ, ਗੁਜਰਾਤ, ਇਹਦੇ ਵਿੱਚ ਭੀਲ ਲੋਕ ਬੜੇ ਰਹਿੰਦੇ ਆ ਜੀ। ਉਹ ਲੋਕ ਉਹ ਸੀ ਜਿਹੜੇ ਸ਼ਿਕਾਰੀ ਸੀ, ਹੱਥ ਵਿੱਚ ਤੀਰ ਕਮਾਨ ਰੱਖਦੇ ਸੀ। ਤੀਰ ਕਮਾਨ ਨੂੰ ਭੀਲ ਕਹਿੰਦੇ ਆ ਦਰਾਵੜ ਭਾਸ਼ਾ ਦੇ ਵਿੱਚ। ਆਪਾਂ ਰਾਸ਼ਟਰੀ ਗੀਤ ਪੜ੍ਹਦੇ ਆ ਨਾ, ਦਰਾਵੜ ਉੱਚ ਕਲਵੰਗਾ, ਬਿੰਦ ਹਿਮਾਚਲ ਜਮਨਾ ਗੰਗਾ। ਇਲਾਕਿਆਂ ਦਾ ਨਾਮ ਦਰਾਵੜ ਦਾ ਇਲਾਕਾ। ਮੱਧ ਪ੍ਰਦੇਸ਼ ਦੇ ਵਿੱਚ ਉਹ ਸੰਘਣੇ ਜੰਗਲਾਂ ਦੇ ਵਿੱਚ ਕਹਿੰਦੇ ਭੀਲਾਂ ਦਾ ਇੱਕ ਸਰਦਾਰ ਸੀ ਰਾਖਸ਼। ਰਾਖਸ਼ ਤਾਂ ਕਹਿੰਦੇ ਆ ਜਦੋਂ ਉਹਨਾਂ ਦੀ ਇਹਨਾਂ ਆਰੀਅਨ ਲੋਕਾਂ ਨਾਲ ਜੰਗ ਯੁੱਧ ਹੋ ਗਿਆ, ਇਹਨਾਂ ਲੋਕਾਂ ਨੇ ਉਹਨਾਂ ਨੂੰ ਘਰਾਂ 'ਚੋਂ ਕਬੀਲਿਆਂ 'ਚੋਂ ਕੱਢਤਾ, ਜੰਗਲਾਂ 'ਚ ਰਹਿਣ ਲੱਗ ਗਏ। ਹੁਣ ਜੰਗਲਾਂ 'ਚ ਰਹਿੰਦੇ ਆ, ਖਾਣ ਨੂੰ ਕੁਝ ਨਹੀਂ ਮਿਲਦਾ, ਕੋਈ ਜਾਨਵਰ ਆ ਗਿਆ ਉਹ ਖਾ ਲੈਣਾ, ਬੰਦਾ ਆ ਗਿਆ ਉਹਦਾ ਮਾਸ ਖੁਸ਼ੀ ਨਾਲ ਖਾਂਦੇ ਸੀ। ਅੱਜ ਵੀ
ਭਾਰਤ ਦੇ ਜੰਗਲਾਂ ਵਿੱਚ, ਐਮਾਜ਼ੋਨ ਦੇ ਜੰਗਲਾਂ ਦੇ ਵਿੱਚ, ਦੱਖਣੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਐਸੇ ਕਬੀਲੇ ਰਹਿੰਦੇ ਆ ਜਿਹੜੇ ਬੰਦਿਆਂ ਦਾ ਮਾਸ ਖਾਣਾ ਪਸੰਦ ਕਰਦੇ ਆ। ਉਹਨਾਂ ਨੂੰ ਕਹਿੰਦੇ ਵਣ ਮਾਨਸ, ਹੁੰਦੇ ਮਨੁੱਖੀ ਨੇ, ਰਾਖਸ਼ ਪ੍ਰਤੀ ਵਾਲੇ। ਹੁਣ ਜਿਹੜਾ ਕੌਡਾ ਰਾਖਸ਼ ਸੀ, ਭੀਲਾਂ ਦਾ ਸਰਦਾਰ ਹੈ ਦਰਾਵੜਾਂ ਦਾ, ਉਹ ਤੁਰਦੇ ਫਿਰਦੇ ਕਹਿੰਦੇ ਭਾਈ ਮਰਦਾਨਾ ਉਹਦੇ ਹੱਥ ਲੱਗ ਗਿਆ। ਉਹਨੇ ਫੜਿਆ ਤਾਂ ਇਹ ਵੀ ਇਹ ਵੀ ਆਰੀਅਨ ਬੰਦਾ ਹੈ, ਭਾਰਤੀ ਹੈ, ਇਹਨੇ ਆ ਕੇ ਕਬਜ਼ਾ ਕੀਤਾ ਹੋਇਆ ਸਾਡੀ ਸਟੇਟ ਤੇ, ਸਾਡੇ ਇਲਾਕੇ ਤੇ, ਸਾਨੂੰ ਇਹ ਆਪਣੇ ਸ਼ਹਿਰ 'ਚ ਵੜਨ ਨਹੀਂ ਦਿੰਦੇ, ਕਿਉਂ ਨਾ ਇਹਨੂੰ ਫੜ ਕੇ ਵੱਢ ਕੇ ਖਾਵਾਂ, ਸਾਡਾ ਤਾਂ ਸ਼ਿਕਾਰ ਬਣ ਗਿਆ। ਭਾਈ ਮਰਦਾਨੇ ਨੂੰ ਫੜ ਕੇ ਰੱਸਿਆਂ ਨਾਲ ਬੰਨ੍ਹ ਲਿਆ ਉਹਨੇ। ਭਾਈ ਮਰਦਾਨੇ ਨੇ ਵੇਖਿਆ, ਕਹਿੰਦਾ ਮਨਾ ਮੇਰਿਆ, ਇਹ ਤੇ ਰਾਖਸ਼ ਦੇ ਪੱਲੇ ਪੈ ਗਿਆ, ਕਿਉਂਕਿ ਉੱਚੇ ਲੰਬੇ ਕੱਦ ਨੇ, ਮਾਸਾਹਾਰੀ ਨੇ, ਕੱਚਾ ਮਾਸ ਖਾਂਦੇ ਆ ਉਹ, ਕਿਸੇ ਦੀ ਪਰਵਾਹ ਨਹੀਂ ਕਰਦੇ, ਨਕੀਲੇ ਦੰਦ ਨੇ। ਜਦੋਂ ਮਨੁੱਖ ਮਾਸ ਖਾਣ ਲੱਗ ਜੇ ਤੇ ਦੰਦ ਤਿੱਖੇ ਤੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ, ਕੱਚਾ ਮਾਸ ਖਾਂਦੇ ਸੀ। ਹੁਣ ਭਾਈ ਮਰਦਾਨਾ ਉਹਨਾਂ ਸਾਹਮਣੇ ਬੱਚਾ ਜਿਹਾ ਲੱਗਦਾ ਹੈ, ਕਹਿੰਦੀ ਉੱਚਾ ਲੰਬਾ ਕੱਦ, ਉਹਨੇ ਫੜਿਆ, ਬਾਹਾਂ ਤੋਂ ਮੋਢਿਆਂ ਤੋਂ ਫੜ ਕੇ ਚੁੱਕ ਲਿਆ। ਭੀਲਾਂ ਦੇ ਸਰਦਾਰ ਕੌਡੇ ਨੇ ਚੁੱਕਿਆ ਤੇ ਇੱਕ ਪਾਸੇ ਲਾ ਲਿਆ। ਭਾਈ ਮਰਦਾਨਾ ਤਰਲੇ ਕਰੇ, ਮਿਹਨਤਾਂ ਕਰੇ, ਅਰਦਾਸਾਂ ਕਰਦਾ, ਬਾਬਾ ਬਚਾ ਲੈ। ਹੁਣ ਨਹੀਂ ਕੋਈ ਆਉਂਦਾ, ਆਖੋ ਸਤਿਨਾਮ। ਬਾਬੇ ਨਾਲ ਤੇ ਆਕੜ ਕੇ ਆਇਆ, ਕਹਿੰਦਾ ਮੈਂ ਤੁਹਾਡੇ ਤੋਂ ਕੀ ਲੈਣਾ, ਮੇਰਾ ਤੇ ਪਰਿਵਾਰ ਜਿੰਦਾਬਾਦ। ਹੁਣ ਆਊ ਪਰਿਵਾਰ। ਉਧਰ ਗੁਰੂ ਸਾਹਿਬ ਰੁੱਖ ਥੱਲੇ ਬੈਠੇ ਹੱਸੀ ਜਾਣ। ਭਾਈ ਬਾਲਾ ਜੀ ਕਹਿੰਦੇ ਮਰਦ ਕੀ ਹੋਇਆ? ਸਤਿਗੁਰ ਕਹਿੰਦੇ ਭਾਈ ਪਰਿਵਾਰ ਵੱਡਾ ਮਿਲ ਗਿਆ, ਆਪਣੇ ਮਿਲ ਗਏ। ਭਾਈ ਮਰਦਾਨੇ ਨੂੰ ਕਹਿੰਦੇ ਮਰਦ ਪਹੁੰਚ ਗਿਆ। ਮਰਦ ਕਹਿੰਦੇ ਹਾਂ, ਜਿਨ੍ਹਾਂ ਨੂੰ ਚੇਤੇ ਕਰਦਾ ਸੀ ਉਹੀ ਮਿਲ ਗਏ, ਆਖੋ ਸਤਿਨਾਮ। ਹੁਣ ਉਹ ਪਰਿਵਾਰ ਹੈ ਜੀ, ਕਬੀਲਿਆਂ ਦਾ ਸਰਦਾਰ ਸੀ ਕੌਡਾ ਰਾਖਸ਼। ਮੇਰੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਜਿਹੜਾ ਪ੍ਰਸੰਗ ਵਾਚਦੇ ਉਹਨੂੰ ਪਹਿਲ ਤੱਕ, ਡੂੰਘਾਈ ਤੱਕ ਲੈ ਕੇ ਚੱਲੀਏ। ਹੁਣ ਮੈਂ ਵੀ ਤੁਹਾਨੂੰ ਕਹਿ ਕੇ ਲੰਘ ਜਾਂ ਕੌਡਾ ਰਾਖਸ਼, ਤੁਹਾਡੇ ਵੀ ਦਿਮਾਗ 'ਚ ਰਹਿਣਾ ਵੱਡੇ ਵੱਡੇ ਸਿੰਘ, ਵੱਡੇ ਵੱਡੇ ਦੰਦ। ਉਹ ਕਿਹੜਾ ਇਲਾਕਾ ਜਿੱਥੇ ਸਭ ਕੁਝ ਹੋਇਆ? ਕੋਸ਼ਿਸ਼ ਕਰੀਦੀ ਆ ਜਿਸ ਪ੍ਰਸੰਗ ਨੂੰ ਸੁਣਾਉਣਾ ਨਾ ਤੇ ਸੰਗਤ ਦੇ ਦਿਲ ਦਿਮਾਗ 'ਚ ਪੈ ਜੇ, ਤਾਂ ਜੋ ਇਹ ਪਤਾ ਲੱਗ ਜੇ ਵੀ ਉਹ ਮਨੁੱਖ ਕੌਣ ਸੀ ਜਿਹਨੇ ਭਾਈ ਮਰਦਾਨੇ ਨਾਲ ਇਹ ਕੁਝ ਕੀਤਾ, ਤੇ ਜੋ ਕੁਝ ਹੋਏਗਾ ਕੱਲ੍ਹ ਸਰਵਣ ਕਰਾਂਗੇ। ਕਿਉਂਕਿ ਇਹ ਕਥਾ ਬੜੀ ਪਿਆਰੀ ਭਾਵੁਕ ਵਾਲੀ ਚੱਲਣੀ ਹੈ। ਜੋ ਜੋ ਹੋਣਾ ਹੈ ਦੋਨੇ ਤਰਫਾਂ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਨੰਦ ਮਾਣਾਂਗੇ।